ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ, ਜਿਨ ਵਡਿਆਈ ਤੇਰੇ ਨਾਮ ਕੀ, ਤੇ ਰਤੇ ਮਨ ਮਾਹਿ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹਿ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹਿ। ਆਓ ਗੁਰੂ ਕੇ ਪਿਆਰਿਓ, ਕੋਸ਼ਿਸ਼ ਕਰੀਏ ਸਾਹਿਬਾਂ ਦੀ ਪਾਵਨ ਪਵਿੱਤਰ ਵਿਚਾਰਧਾਰਾ ਨੂੰ ਸਮਝੀਏ। ਬੜੇ ਪਿਆਰੇ ਬਾਣੀ ਦੇ ਪੱਖ ਜੋ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹੀਂ ਸਾਡੇ ਸਨਮੁਖ ਰੱਖੇ ਹਨ। ਤਿਨਾਂ ਦੇ ਕੀਰਤਨ ਗੁਰੂ ਕੇ ਸਵਾਰੇ ਅਦਬ ਸਹਿਤ ਆਪ ਜੀਆਂ ਨੂੰ ਸ਼ਰਵਣ ਕਰਵਾ ਰਹੇ ਸਨ। ਗੁਰੂ ਅੰਗਦ ਸਾਹਿਬ ਜੀ ਦਾ ਪਾਵਨ ਸ਼ਲੋਕ ਆਪ ਜੀ ਨੂੰ ਜਾਂਦਿਆਂ ਜਾਂਦਿਆਂ ਸ਼ਰਵਣ ਕਰਵਾ ਰਹੇ ਸਨ। ਤੇ ਇਸ ਤੋਂ ਪਹਿਲਾਂ ਕਬੀਰ ਜੀ ਦਾ ਪਾਵਨ ਸ਼ਬਦ। ਬਹੁਤ ਪਿਆਰੇ ਬਾਣੀ ਦੇ ਪੱਖ ਹਨ, ਜੇ ਆਪਾਂ ਇਹਨਾਂ ਨੂੰ ਥੋੜ੍ਹੇ ਜਿਹੇ ਧਿਆਨ ਨਾਲ ਕਿਤੇ ਸਮਝੀਏ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹਿ। ਤੇ ਅੱਜ ਜਦੋਂ ਅਸੀਂ ਸਿੱਖ ਪੰਥ ਵਿੱਚ ਹੀ ਨਿਗਾਹ ਮਾਰਦੇ ਹਾਂ ਤੇ ਕਿੰਨੀ ਤਰ੍ਹਾਂ ਦੇ ਅੰਮ੍ਰਿਤ ਸਾਡੇ ਸਾਹਮਣੇ ਅਗਲਿਆਂ ਨੇ ਬਣਾ ਕੇ ਰੱਖਤੇ। ਇੱਕ ਅੰਮ੍ਰਿਤ ਉਹ ਹੈ ਜਿਹੜੀ ਖੰਡੇ ਬਾਟੇ ਦੀ ਪੌਲ ਸਾਨੂੰ ਪੰਜ ਪਿਆਰੇ ਗੁਰੂ ਦੀ ਗੋਦ ਵਿੱਚ ਛਕਾਉਂਦੇ ਹਨ। ਇੱਕ ਅੰਮ੍ਰਿਤ ਉਹ ਹੈ ਜਿਹੜਾ ਅਸੀਂ ਕੈਨੀਆਂ ਵਿੱਚ ਭਰ ਕੇ ਆਪਣੇ ਘਰ ਲੈ ਆਉਂਦੇ ਹਾਂ, ਉਹਨੂੰ ਵੀ ਅਸੀਂ ਅੰਮ੍ਰਿਤ ਕਹਿੰਦੇ ਹਾਂ। ਇੱਕ ਅੰਮ੍ਰਿਤ ਉਹ ਹੈ ਜਿਹੜਾ ਅਖੰਡ ਪਾਠ ਕਰਨ ਲੱਗਿਆਂ ਗੁਰੂ ਦੀ ਹਜ਼ੂਰੀ 'ਚ ਰੱਖ ਲੈਂਦੇ ਹਾਂ, ਉਹਨੂੰ ਵੀ ਤੀਜੇ ਦਿਨ ਅੰਮ੍ਰਿਤ ਕਹਿੰਦੇ ਹਾਂ। ਕਿੱਡੀ ਅਜੀਬ ਗੱਲ ਹੈ ਵੀ ਅਸੀਂ ਬਾਣੀ ਦੇ ਅੰਦਰ ਦਿੱਤੇ ਇਹਨਾਂ ਪਾਵਨ ਸਿਧਾਂਤ ਨੂੰ ਜਾਂ ਪਾਵਨ ਫਿਲਾਸਫੀ ਨੂੰ ਕਿਉਂ ਨਹੀਂ ਜਾਣਨਾ ਚਾਹੁੰਦੇ। ਇੱਕੋ ਹੀ ਅੰਮ੍ਰਿਤ ਹੈ। ਬਹੁਤ ਥਾਵਾਂ 'ਤੇ ਬਾਹਰਲੇ ਮੁਲਕਾਂ 'ਚ ਭਾਵੇਂ ਇੱਦਾਂ ਨਹੀਂ ਹੈ, ਕਿਤੇ ਕਿਤੇ ਇੱਥੇ ਵੀ ਹੈ। ਪੈਰ ਧੋਣ ਵਾਸਤੇ ਜੋ ਪਾਣੀ ਬਾਹਰ ਹੁੰਦਾ, ਜਿਹਨੂੰ ਅਸੀਂ ਚਰਨ ਗੰਗਾ ਸ਼ਬਦ ਵੀ ਵਰਤਦੇ ਹਾਂ, ਅਤੇ ਉਹਨੂੰ ਅਸੀਂ ਚਰਨ ਪੌਲ ਵੀ ਕਹਿਣ ਲੱਗ ਪਏ। ਔਰ ਉਹਨੂੰ ਬਹੁਤ ਸਾਰਿਆਂ ਥਾਵਾਂ 'ਤੇ ਉਹਦੀਆਂ ਘੁੱਟਾਂ ਭਰ ਕੇ ਪੀਤੀਆਂ ਵੀ ਜਾਂਦੀਆਂ। ਔਰ ਅਸੀਂ ਬਾਣੀ ਵਿੱਚ ਆਏ ਹੋਏ ਸਿਧਾਂਤ ਤੋਂ ਬਿਲਕੁਲ ਪਾਸੇ ਚਲੇ ਜਾਂਦੇ ਹਾਂ। ਸੋ ਮੈਂ ਕੋਸ਼ਿਸ਼ ਕਰਾਂਗਾ ਜਾਂਦਿਆਂ ਜਾਂਦਿਆਂ, ਹਾਲਾਂਕਿ ਭਾਵੇਂ ਇਹ ਮੇਰਾ ਵਿਸ਼ਾ ਨਹੀਂ ਸੀ, ਪਾਵਨ ਸ਼ਬਦ ਕੁਝ ਹੋਰ ਨੇ, ਗੁਰੂ ਕੇ ਸਵਾਰੇ ਸ਼ਲੋਕ ਆਪ ਜੀ ਨੂੰ ਸ਼ਰਵਣ ਕਰਵਾ ਕੇ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਾਰੰਗ ਰਾਗ ਦੇ ਅੰਦਰ ਇਹ ਸ਼ਲੋਕ ਦਰਜ ਹੈ। ਇਸ ਪਾਵਨ ਸ਼ਲੋਕ ਦਾ ਪਾਠ ਜੇ ਤੁਸੀਂ ਕਰਨਾ ਹੋਵੇ ਤੇ 1238 ਨੰਬਰ ਅੰਕ ਤੇ ਇਹ ਸ਼ਲੋਕ ਹੈ ਗੁਰੂ ਅੰਗਦ ਸਾਹਿਬ ਜੀ ਦਾ। 63 ਸ਼ਲੋਕ ਨੇ ਗੁਰੂ ਅੰਗਦ ਸਾਹਿਬ ਜੀ ਦੇ ਬਾਣੀ 'ਚ ਦਰਜ। ਸ਼ਬਦ ਗੁਰੂ ਅੰਗਦ ਸਾਹਿਬ ਜੀ ਦਾ ਕੋਈ ਵੀ ਨਹੀਂ ਹੈ। 63 ਸ਼ਲੋਕ ਨੇ ਵੱਖ-ਵੱਖ ਵਾਰਾਂ ਵਿੱਚ। ਕੁਝ ਸ਼ਲੋਕ ਤੁਸੀਂ ਆਸਾ ਕੀ ਵਾਰ ਵਿੱਚ ਜਦੋਂ ਪੜ੍ਹਦੇ ਹੋ ਉਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਹਨ। ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ, ਇਹ ਗੁਰੂ ਅੰਗਦ ਸਾਹਿਬ ਜੀ ਦਾ ਪਾਵਨ ਸ਼ਲੋਕ ਹੈ। ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ, ਗੁਰੂ ਅੰਗਦ ਸਾਹਿਬ ਜੀ ਦਾ ਪਾਵਨ ਸ਼ਲੋਕ ਹੈ। ਸੋ ਆਪਾਂ ਕੋਸ਼ਿਸ਼ ਕਰਾਂਗੇ ਇਸ ਪਾਵਨ ਸ਼ਲੋਕ ਨੂੰ ਵੀ ਥੋੜ੍ਹਾ ਜਿਹਾ ਧਿਆਨ ਨਾਲ ਵਾਚੀਏ। ਆਓ ਰਲ ਕੇ ਪਾਵਨ ਸ਼ਬਦ ਦਾ ਪਾਠ ਕਰਦੇ ਹਾਂ। ਭਗਤ ਸਾਹਿਬਾਨਾਂ ਦੀ ਬਾਣੀ ਸ਼ਾਮ ਦੇ ਦੀਵਾਨ ਵਿੱਚ ਵਿਚਾਰ ਅਧੀਨ ਹੈ। ਆਪਾਂ ਰਲ ਮਿਲ ਕੇ ਉਸ ਪਾਵਨ ਬਾਣੀ ਦੀ ਵਿਚਾਰ ਕਰਨ ਦਾ ਯਤਨ ਕਰਦੇ ਹਾਂ। ਅੱਜ ਦਾ ਵਿਚਾਰ ਅਧੀਨ ਸ਼ਬਦ ਰਲ ਕੇ ਗਾਵਾਂਗੇ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹਿ। ਨਾਨਕ ਅੰਮ੍ਰਿਤ ਮਨੈ ਮਾਹਿ। ਇਹ ਵੀ ਦੱਸਿਆ ਵੀ ਇਹ ਅੰਮ੍ਰਿਤ ਹੈ ਕਿੱਥੇ। ਫਿਰ ਨਾਨਕ ਅੰਮ੍ਰਿਤ ਮਨੈ ਮਾਹਿ, ਪਾਈਐ ਗੁਰ ਪ੍ਰਸਾਦ। ਤਿਨੀ ਪੀਤਾ ਰੰਗ ਸਿਉ,
ਉਹਨਾਂ ਨੇ ਪੀਤਾ ਰੱਬ ਦੇ ਰੰਗ ਵਿੱਚ ਆਪਣੇ ਆਪ ਨੂੰ ਇੱਕ ਮਿਕ ਕਰਕੇ। ਤਿਨੀ ਪੀਤਾ ਰੰਗ ਸਿਉ ਜਿਨ ਕੋ ਲਿਖਿਆ ਆਦ। ਧੰਨ ਵਾਹਿਗੁਰੂ ਸਾਹਿਬ ਜੀ। ਸਾਰੰਗ। ਇਕ ਓੰਕਾਰ ਸਤਿ ਗੁਰ ਪ੍ਰਸਾਦ। ਤੈਂ ਨਰ ਕਿਆ ਪੁਰਾਨ ਸੁਨ ਕੀਨਾ। ਸਵਾਲ ਹੈ ਧਾਰਮਿਕ ਬੰਦਿਆਂ ਨੂੰ, ਸਵਾਲ ਹੈ ਧਰਮ ਦੀ ਦੁਨੀਆ 'ਚ ਵਿਚਰਦੇ ਲੋਕਾਂ ਨੂੰ। ਤੈਂ ਨਰ ਕਿਆ ਪੁਰਾਨ ਸੁਨ ਕੀਨਾ। ਅੰਨ ਪਾਵਨੀ ਭਗਤ ਨਹੀਂ ਉਪਜੀ। ਭੁਖੈ ਦਾਨ ਨਾ ਦੀਨਾ। ਅੰਨ ਪਾਵਨੀ ਭਗਤ ਨਹੀਂ ਉਪਜੀ। ਭੁਖੈ ਦਾਨ ਨਾ ਦੀਨਾ। ਰਹਾਉ। ਦਾਨ ਬਹੁਤ ਦਿੱਤੇ ਪਰ ਦੇਣ ਵਾਲਾ ਦਾਨ ਨਹੀਂ ਦਿੱਤਾ। ਇਹ ਨਹੀਂ ਅੱਜ ਦੀ ਦੁਨੀਆ 'ਚ ਦਾਨੀ ਨਹੀਂ ਹਨ। ਦਾਨੀ ਇੰਨੇ ਕਮਾਲ ਦੇ ਹਨ ਕਿ ਅਸੀਂ ਅਰਬਾਂ ਖਰਬਾਂ ਦੇ ਧਾਰਮਿਕ ਸਥਾਨ ਬਣਾਏ ਨੇ। ਦਾਨ ਦੇਣ ਵਾਲਿਆਂ ਦੀ ਕਮੀ ਨਹੀਂ, ਪਰ ਦਾਨ ਦੇਣਾ ਕਿੱਥੇ ਹੈ? ਦਾਨ ਦੇਣਾ ਕਿਹਨੂੰ ਹੈ? ਇਹ ਸਮਝ ਦੁਨੀਆ ਅੰਦਰੋਂ ਖਤਮ ਹੋ ਰਹੀ ਹੈ। ਭਰੇ ਨੂੰ ਭਰਿਆ ਜਾ ਰਿਹਾ, ਭੁੱਖਾ ਨਿੱਤ ਭੁੱਖਾ ਮਰ ਰਿਹਾ। ਲੋੜਵੰਦ ਤੰਗ ਨੇ, ਜਿਨ੍ਹਾਂ ਕੋਲ ਦਾਨ ਹੈ ਉਹਨਾਂ ਨੂੰ ਦਾਨ ਨਹੀਂ ਮੱਤ ਮਾਰੀ ਪਈ ਹੈ। ਧਾਰਮਿਕ ਥਾਵਾਂ ਦਾ ਕਲੇਸ਼ ਕਿਉਂ ਹੈ ਭਲਾ? ਇੱਥੇ ਤਾਂ ਕਲੇਸ਼ ਮੁੱਕਣੇ ਚਾਹੀਦੇ ਨੇ ਨਾ। ਧਰਮ ਦੇ ਥੋੜ੍ਹੀ ਕਲੇਸ਼ ਹੁੰਦੇ ਨੇ ਕਦੇ, ਪਰ ਦਾਨ ਨੇ ਮੱਤ ਮਾਰੀ ਪਈ ਹੈ। ਦਾਨ ਇੰਨਾ ਚੜ੍ਹਦਾ ਆ, ਬੰਦੇ ਦਾ ਕਬਜ਼ਾ ਛੱਡਣ ਨੂੰ ਜੀਅ ਨਹੀਂ ਕਰਦਾ ਉੱਥੋਂ। ਜਿਹੜੇ ਆਮ ਤੁਸੀਂ ਵੇਖਦੇ ਨਹੀਂ ਵੀ ਧਾਰਮਿਕ ਥਾਵਾਂ 'ਤੇ ਨਿੱਤ ਕਲੇਸ਼ ਰਹਿੰਦਾ ਆ। ਕੋਰਟ ਕਚਹਿਰੀਆਂ 'ਚ ਕੇਸ ਚੱਲਦੇ ਧਾਰਮਿਕ ਥਾਵਾਂ ਦੇ। ਤੇ ਠੀਕ ਹੈ, ਕਦੀ ਆਮ ਧਾਰਮਿਕ ਥਾਵਾਂ ਦੇ ਚੱਲਦੇ ਸਨ। ਹੁਣ ਗੁਰਦੁਆਰਿਆਂ ਦੀ ਕਿੰਨੀ ਕੁ ਕੀਮਤੀ ਸਰਮਾਇਆ ਤੇ ਕਿੰਨਾ ਕੀਮਤੀ ਵਕਤ ਅਦਾਲਤਾਂ 'ਚ ਰੁੜ ਰਿਹਾ ਹੈ ਗੁਰਦੁਆਰਿਆਂ ਦਾ। ਜਿੱਥੇ ਰੋਜ਼ ਬਹਿ ਕੇ ਅਸੀਂ ਇਹ ਪੜ੍ਹਦੇ ਹਾਂ, ਗੁਰੂ ਸਾਹਿਬ ਜੀ ਦੀ ਬਾਣੀ ਦੇ ਬੋਲ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਉਹ ਹਾਲਾਤ ਵੀ ਕਿੰਨੇ ਖਤਰਨਾਕ ਨੇ। ਸੋ ਗੁਰੂ ਸਾਹਿਬ ਕਹਿੰਦੇ ਦਾਨ ਦੇਣ ਵਾਲੇ, ਦਾਨ ਲੈਣ ਵਾਲੇ। ਹਾਲਾਂਕਿ ਇੱਕ ਗੱਲ ਹੋਰ ਧਿਆਨ ਨਾਲ ਸਮਝਿਓ, ਜਿਹੜਾ ਬਾਹਰੀ ਸਮੱਗਰੀ ਦਾ ਦਾਨ ਹੈ ਨਾ, ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਫਿਲਾਸਫੀ ਹੈ ਨਹੀਂ। ਵੈਸੇ ਪਤਾ ਨਹੀਂ ਕਿੱਥੋਂ ਆ ਗਈ ਹੈ। ਇੱਥੇ ਦਾਨ, ਬਾਣੀ 'ਚ ਦਾਨ ਦੀ ਗੱਲ ਜਦੋਂ ਕੀਤੀ ਹੈ ਨਾ, ਇਹ ਕੀਤੀ ਹੈ ਹਰਿ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਜੇ ਦਾਨ ਕਰਨਾ ਨਾ ਦੁਨੀਆ 'ਚ, ਤੇ ਬੰਦੇ ਆ ਹਰੀ ਦਾ ਨਾਮ ਧਿਆ ਸੁਣ ਤੇ ਇਹ ਸਾਰਿਆਂ ਨੂੰ ਦਾਨ ਕਰਿਆ ਕਰ। ਸੋ ਖੈਰ, ਆਓ ਆਪਾਂ ਰਲ ਮਿਲ ਕੇ ਸਮਝਦੇ ਹਾਂ ਇਹਨਾਂ ਸਾਰੀਆਂ ਬਾਤਾਂ ਨੂੰ। ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ। ਨਾ ਕਾਮ ਛੱਡਿਆ ਨਾ ਕ੍ਰੋਧ ਛੱਡਿਆ, ਪਰ ਧਰਮ ਥਾਂ, ਧਾਰਮਿਕ ਅਸਥਾਨ ਭਰੇ ਪਏ ਨੇ ਲੋਕਾਂ ਨਾਲ। ਤਬਦੀਲੀ ਨਹੀਂ ਆ ਰਹੀ। ਚੇਂਜ, ਬਦਲਾਵ ਹੈ ਨਾ ਜਿਹੜਾ, ਉਹ ਜ਼ਰੂਰੀ ਹੈ। ਜਦੋਂ ਬਦਲਾਵ ਨਹੀਂ ਨਾ ਆਉਂਦਾ, ਬੰਦੇ ਚੇਂਜ ਨਹੀਂ ਕਰਦੇ। ਗੌਰਮੈਂਟ ਨਹੀਂ, ਤੁਸੀਂ ਵੇਖੋ, ਜੇ ਗੌਰਮੈਂਟ ਜਦੋਂ ਚੁਣੀ ਜਾਏ 5 ਸਾਲ ਕੁਝ ਨਾ ਕਰੇ ਗੌਰਮੈਂਟ, ਫਿਰ ਆਪਾਂ ਕੀ ਕਰਾਂਗੇ ਭਲਾ? ਵੀ ਨਹੀਂ ਯਾਰ, ਇਹ ਬੰਦੇ ਠੀਕ ਨਹੀਂ ਹੈ, ਇਹਨਾਂ ਕੀਤਾ ਹੀ ਕੁਝ ਨਹੀਂ। ਐਂ ਹੀ ਸੋਚਦੇ ਆ ਨਾ ਆਪਾਂ ਸਾਰੇ। ਤੇ ਗੁਰੂ ਸਾਹਿਬ ਕਹਿੰਦੇ ਧਰਮ ਦੀ ਦੁਨੀਆ 'ਚ ਵੀ ਤੇ ਐਂ ਹੀ ਹੈ ਨਾ। ਫਿਰ ਤੁਸੀਂ ਚੇਂਜ ਕਰੋ ਨਾ, ਨਿੱਤਾ ਪ੍ਰਤੀ ਰੋਜ਼ ਬਦਲੋ, ਰੋਜ਼ ਬਦਲੋ। ਅਸੀਂ ਨਵੀਆਂ ਨਵੀਆਂ ਚੀਜ਼ਾਂ ਸਮਾਜਿਕ ਤੌਰ 'ਤੇ ਚਾਹੁੰਦੇ ਹਾਂ, ਕੱਪੜੇ ਨਵੇਂ ਚਾਹੁੰਦੇ ਹਾਂ, ਗੱਡੀਆਂ ਨਵੀਆਂ ਚਾਹੁੰਦੇ ਹਾਂ। ਫਿਰ ਮਾਨਸਿਕਤਾ ਪੁਰਾਣੀ ਕਿਉਂ ਚੁੱਕੀ ਫਿਰਦੇ ਹਾਂ? ਬਿਰਤੀ ਕਿਉਂ ਨਹੀਂ ਬਦਲਦੇ? ਸੁਭਾਅ ਕਿਉਂ ਨਹੀਂ ਬਦਲਦੇ? ਸੋ ਸੱਚੇ ਪਾਤਸ਼ਾਹ ਜੀ, ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ। ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਤੇਰੀ ਸੇਵਾ ਨਿਫਲ ਹੈ, ਕੋਈ ਫਾਇਦਾ ਨਹੀਂ। ਮੈਂ ਨਹੀਂ ਕਹਿ ਰਿਹਾ, ਭਗਤ ਜੀ ਕਹਿ ਰਹੇ ਆ, ਜਿਨ੍ਹਾਂ ਦੀ ਬਾਣੀ, ਜਿਹਨੂੰ ਸਜਦਾ ਕਰਦੇ ਆ। ਭਗਤ ਜੀ ਕਹਿੰਦੇ ਤੇਰੀ ਸੇਵਾ ਦਾ ਕੋਈ ਮਤਲਬ ਨਹੀਂ ਬਣਦਾ। ਐਵੇਂ ਨਾ ਸਾਰੀ ਦਿਨ ਸੇਵਾ ਕਰੀ ਜਾਇਆ ਕਰ। ਇਹ ਦੱਸ
सेवा करके तेरे जीवन च तब्दीली की आई है, चेंज की आई है। अद्धा घंटा गुरुद्वारे सेवा करन वालिया घर जाके इन्नी प्यार नाल सेवा करदा कि घर फिर मत्थे ते त्यूड़ियां पा लैना। जे उत्थे त्यूड़ियां पा लैना फिर इत्थे सेवा दे कोई अर्थ नहीं बनते। कई तो सेवा करते भी इन्ने इन्ने ईगो विच आ जाते ना बंदे, वो बाकियां नूं बुलाउणा ही नहीं पसंद करते। बोले ये भी कोई बंदा है, मैं सवेर दा सेवा कर रहा, ये होना है। कमाल है। फिर तेरे च फर्क की होया? तू सेवा करके तो हंकार चुकी फिरदा कमलिया बाकियां नालों भी ज़्यादा। इनू दस तेरे वल वेख के कल नूं सेवा करन आवे भी मैं गुरुद्वारे गया, मैनूं उत्थे सेवा करदा एक वीर मिलिया, सेवा करदी एक भैन मिली, इन्ना नेचर चंगा सी उहदा, मेरा दिल करदा मैं भी घड़ी सेवा करया करां तां कि मैं उहदे वर्गा बन जा। यही है ना फर्क, तां ही पैगा ना साडे समाज विच। पर इत्थे माफ़ करियो तुसीं, सच्ची मुच्ची डरदे हाँ असीं तां कईयां गल्लां तो। सच्चाई ये है भी धर्म दीयां जड़ां कौड़ियां हो गईयां, धर्म दे फल कौड़े हो गए, इत्थे सारा सिस्टम गंदला हो गया। असीं समाज नूं कुछ देण दी बजाए समाज नूं कुड़तन दे रहे हैं, भैड़ियां चीज़ां दे रहे हैं, कलेश दे रहे हैं, झगड़े दे रहे हैं, नफरतां दे रहे हैं। सो गुरु साहब जी कहंदे निफल है तेरी सेवा पाई, बाट पार कर मूस बिरानो, पेट पर है अपराधी, जेह परलोक जाए अपकीरत, सोई अविद्या सादी, हिंसा तो मन ते नहीं छूटी, जी दया नहीं पाली, परमानंद साध संगत मेल, कथा पुनीत न चाली। कथा का अर्थ ये नहीं हुंदा भी जिवें शब्द के अर्थ मान लो भी जे हुण तुहानूं कोई पुछे भी कथावाचक, तुसीं मेरा नाम लै दोगे भी ये फलाना बंदा कथावाचक है, ते बाबे नानक दा घर है ना जिहड़ा, वो कहिंदा सारे ही कथावाचक आ। आपां जिहड़ा कथन करना जाणदा, जिन्हों कथना आउंदा, ये ठीक है साडे नावां नाल जुड़ गया भी फलाना सिंह कथावाचक, आपां सारे ही कथावाचक हाँ। कथा का अर्थ है कथन करना जिन्हों आउंदा, अपने वड वडेरियां दा, अपने पुरखियां दा, अपने वडेरियां नूं जिन्हों जानना आउंदा ना, वो कथावाचक है। गरीब निवास सच्चे पातशाह कहंदे ते चली नहीं तेरे मन अंदर, हिंसा तो मन ते नहीं छूटी, जी दया नहीं पाली, परमानंद साध संगत मेल, कथा पुनीत न चाली। दीन दुनी दे मालक हलत पलत सवार देण हार सच्चे पातशाह ਸਾਹਿਬ श्री गुरु ग्रंथ साहब जी के मुबारक चरणों अंदर सज बैठे गुरु प्यार वालिओ, अदब सहत जिथे कीर्तन नाल जुड़ रहे सां, आओ चंद कड़ियां विचार नाल जुड़ते हाँ। विचार की आरंभता तो पहला गुरु बख्शिश दोहराओ, प्यार नाल गज के आखो वाहिगुरू जी का खालसा वाहिगुरू जी की फतेह। जिहड़ा धर्म स्थान हुंदे आ ना, धर्म स्थान वो धर्म दे चिन्ह नहीं दिंदे, चेते रखियो मेरी गल नूं ध्यान नाल समझियो। जिहड़े धर्म स्थान हुंदे वो धर्म दे चिन्ह नहीं दिंदे, वो धर्म दिंदे आ, चिन्ह तां आ जांदे आ। चिन्ह बनाउणे बहुत सौखे ने, मत्थे ते तिलक लाउणा बहुत सौखा है, पर मत्था अंदरों ठंडा हो जाए ये बहुत औखा है। तिलक लाउणा बहुत सौखा है, तुसीं कितेओ चंदन लो, नूं मड़ा जिहा रगड़ो, मत्थे ते ला लो। ते मत्थे ते तिलक पता क्यों लाउंदे सन लोग पुराने समय च, कहंदे सी ये अंदरों चंदन वर्गा ठंडा आ तां मत्थे ते तिलक लाउंदा है। निशानी बाहरली तां लाउंदे सन भी अंदरों ठंडे ने। पर तुसीं दसो जिहदे मत्थे ते तिलक अंदरों जरूरी थोड़ी ठंडा भी होवे, गल अंदर दी ठंड दी है। इदां जिहड़े चिन्ह ने ना, चिन्ह बहुत सौखे ने। बंदा इत्थे गुरुद्वारे आउंदा ना, उतों बाहरों पड़ा जा फड़दा, मिंटो मिंटी केस ढक लैंदा, सिर ते इदां बन लेने आप। पर सिर ढकण दा मतलब है कोई कि किसी भी थां ते होवे। मैं एक बार एग्जाम्पल दी सी भी दुनिया दे भर विच ना कोई बाणी नूं पढ़े ना पढ़े, कोई मत्था टेके ना टेके, कोई गुरुद्वारे आवे ना आवे, कोई धर्म नूं ना भी मनदा होवे, पर जिद्दण उहनूं डिग्री मिलदी है ना, जिद्दण डिग्री कोई दिंदा है, उहदा सिर दोवां दा ही, डिग्री देण वाले दा ते डिग्री लैण वाले दा कवर हुंदा। क्यों?
ਉੱਥੇ ਤਾਂ ਕੋਈ ਧਰਮ ਦੀ ਗੱਲ ਥੋੜੀ ਹੋ ਰਹੀ ਹੈ, ਉਹ ਕਿਉਂ ਸਿਰ ਕਵਰ ਕਰਦੇ ਨੇ ਇੱਦਾਂ? ਇਹਦਾ ਮਤਲਬ ਇਹ ਹੈ ਵੀ ਜਿਹੜੇ ਰਿਸਪੌਂਸੀਬਲ ਲੋਕ ਹੁੰਦੇ ਆ ਨਾ, ਜਿਹੜੇ ਜ਼ਿੰਮੇਵਾਰ ਲੋਕ ਹੁੰਦੇ ਆ, ਉਹਨਾਂ ਦੇ ਸਿਰ ਹਮੇਸ਼ਾ ਕੋਈ ਵੀ ਕਸਮ ਚੁੱਕਣੀ ਹੋਵੇ, ਜਦੋਂ ਸਹੁੰ ਚੁੱਕਣੀ ਹੋਵੇ ਕਿਸੇ ਵੀ ਡਿਪਾਰਟਮੈਂਟ ਵਿੱਚ, ਉਸ ਵੇਲੇ ਉਹਦਾ ਸਿਰ ਕਵਰ ਕਰਾਇਆ ਜਾਂਦਾ, ਤਾਂ ਕਿ ਉਹ ਇਹ ਕਹਿ ਰਿਹਾ ਹੁੰਦਾ ਵੀ ਇਸ ਅਹੁਦੇ ਲਈ, ਇਸ ਪੋਸਟ ਲਈ, ਇਸ ਖਿੱਤੇ ਵਿੱਚ ਮੈਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾਵਾਂਗਾ। ਸਾਡੇ ਗੁਰੂ ਸਾਹਿਬਾਨਾਂ ਨੇ ਇਹਨੂੰ ਧਰਮ ਦਾ ਅੰਗ ਬਣਾਤਾ, ਇੱਕ ਪਾਰਟ ਬਣ ਗਿਆ ਸਾਡੇ ਧਰਮ ਦਾ। ਇਸੇ ਕਰਕੇ ਜਦੋਂ ਵੀ ਤੁਸੀਂ ਕਦੀ, ਔਰ ਇਹ ਸੌਖਾ ਆ ਬਹੁਤ, ਅਸੀਂ 1 ਮਿੰਟ 'ਚ ਸਿਰ ਕਵਰ ਕਰ ਲੈਂਦੇ ਹਾਂ, ਪਰ ਸਾਰੀ ਜ਼ਿੰਦਗੀ ਸਿਰ ਕਵਰ ਰੱਖ ਸਕੀਏ, ਭਾਵ ਕਿ ਸਿਰ ਦੀ ਇੱਜ਼ਤ ਬਣਾ ਕੇ ਰੱਖ ਸਕੀਏ, ਇਹਦੇ ਲਈ ਬਹੁਤ ਪ੍ਰੈਕਟਿਸ ਕਰਨੀ ਪੈਂਦੀ, ਇਹਦਾ ਬਹੁਤ ਅਭਿਆਸ ਕਰਨਾ ਪੈਂਦਾ। ਜਦੋਂ ਬਾਣੀ 'ਚ ਸ਼ਬਦ ਆਉਂਦਾ ਨਾ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ, ਹੁਣ ਠੀਕ ਹੈ ਵੀ ਅਸੀਂ ਤਾਂ ਕਦੀ ਅਰਥ ਇਹਦੇ ਵੇਖਣੇ ਨਹੀਂ ਪਏ, ਇਹਦੇ ਮੀਨਿੰਗ ਕੀ ਬਣਦੇ ਹੋਣਗੇ। ਜਿਸ ਕੇ ਸਿਰ ਉੱਪਰ ਸੁਆਮੀ ਦਾ ਮਤਲਬ ਇਹ ਨਹੀਂ ਹੈ ਵੀ ਸਤਿਗੁਰੂ ਜੀ ਦਾ ਸਰੂਪ ਸਾਡੇ ਸਿਰ ਤੇ ਇਦਾਂ ਆ ਜਾਏ, ਜੇ ਗੁਰੂ ਸਿਰ ਇਦਾਂ ਰੱਖਣਾ ਹੈ। ਸਿਰ ਦਾ ਅਰਥ ਹੈ ਸਮਝ, ਤੇ ਬੰਦਾ ਜਾਣਿਆ ਜਾਂਦਾ ਸਮਝ ਕਰਕੇ। ਬੰਦੇ ਦੀ ਆਇਡੈਂਟੀਟੀ ਕੋਈ ਨਹੀਂ। ਵੈਸੇ ਤੁਸੀਂ ਕਿਸੇ ਬੰਦੇ ਵੱਲ ਵੇਖ ਕੇ ਐਵੇਂ ਕਹਿ ਸਕਦੇ ਹੋ ਇਹ ਬੰਦਾ ਰੱਬ ਵਰਗਾ ਹੈ, ਤੇ ਕਿਸੇ ਵੱਲ ਵੇਖ ਕੇ ਇਹ ਵੀ ਕਹਿ ਸਕਦੇ ਤਾਂ ਨਿਰਾ ਹੀ ਜਾਨਵਰ ਹੈ। ਹੁਣ ਨਾ ਤੇ ਰੱਬ ਵਰਗੇ ਦੇ ਕੋਈ ਵੱਖਰੇ ਅੰਗ ਨਿਕਲਣੇ ਨੇ, ਨਾ ਉਹਦਾ ਕੋਈ ਵੱਖਰੀ ਆਇਡੈਂਟੀਟੀ ਬਣਨੀ ਹੈ ਉਹਦੀ, ਨਾ ਜਾਨਵਰ ਵਰਗੀ ਕੋਈ ਵੱਖਰੀ। ਕਿਹੜੀ ਚੀਜ਼ ਤੁਹਾਨੂੰ ਐਂ ਲੱਗਦੀ ਹੈ ਕਿਸੇ ਨੂੰ ਤੁਸੀਂ ਜਾਨਵਰ ਕਹਿ ਦਿੰਦੇ ਆ ਤੇ ਕਿਸੇ ਨੂੰ ਤੁਸੀਂ ਰੱਬ ਦਾ ਰੂਪ ਕਹਿ ਦਿੰਦੇ ਆ? ਨਾ ਤੁਸੀਂ ਰੱਬ ਦਾ ਰੂਪ ਕੋਈ ਵੇਖਿਆ, ਜਾਨਵਰ ਦਾ ਤੇ ਰੂਪ ਵੇਖਿਆ ਹੋ ਸਕਦਾ, ਪਰ ਜਾਨਵਰ ਨਾਲ ਰੂਪ ਰਲਦਾ ਥੋੜੀ ਹੈ ਬੰਦੇ ਦਾ। ਜਿੱਦਾਂ ਦਾ ਮਰਜ਼ੀ ਬੰਦਾ ਹੋਵੇ ਤਾਂ ਅਲੱਗ ਹੀ ਰਹਿੰਦਾ ਆ। ਮਤਲਬ ਇਹ ਹੋਇਆ ਵੀ ਬੰਦਾ ਆਪਣੇ ਆਪ ਵਿੱਚ ਕੋਈ ਚੀਜ਼ ਵੀ ਨਹੀਂ ਹੈ, ਬੰਦੇ ਦੇ ਖਿਆਲ ਹੀ ਬੰਦੇ ਦੀ ਪਰਸਨੈਲਿਟੀ ਹੈ। ਗੁਰੂ ਨਾਨਕ ਸਾਹਿਬ ਜੀ ਰੱਬ ਲੱਗਦੇ ਨੇ, ਗੁਰੂ ਨਾਨਕ ਸਾਹਿਬ ਜੀ ਰੱਬ ਲੱਗਦੇ ਨੇ। ਦੁਨੀਆ ਜਿਹੜਾ ਵੀ ਕਹਿੰਦਾ ਨਾ ਬਾਬੇ ਨਾਨਕ ਨੂੰ ਰੱਬ ਹੀ ਮੰਨਦਾ, ਪਰ ਕਿੰਨੇ ਦੁਨੀਆ ਤੇ ਲੋਕ ਉਦੋਂ ਹੋਰ ਵੀ ਹੋਣੇ ਆ, ਪਰ ਉਹ ਤਾਂ ਨਹੀਂ ਨਾ ਰੱਬ ਲੱਗਦੇ। ਹੁਣ ਬਾਬੇ ਨਾਨਕ ਜੀ ਦੀ ਕਿਹੜੀ ਚੀਜ਼ ਹੈ ਜਿਹੜੀ ਐਂ ਲੱਗਦੀ ਹੈ ਵੀ ਇਹ ਰੱਬ ਰੂਪ ਹੈ? ਉਹੀ ਪ੍ਰੈਕਟਿਸ ਗੁਰੂ ਦੀ ਗੋਦ ਵਿੱਚ ਬਹਿ ਕੇ ਆਪਾਂ ਰੋਜ਼ ਕਰਨੀ ਸੀ। ਕਰ ਅਸੀਂ ਤਾਂ ਨਹੀਂ ਸਕੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨਾਲ ਸਾਡਾ ਗੁਰਦੁਆਰੇ ਆਣ ਕੇ ਵੀ ਵਾਹ ਨਹੀਂ ਪੈਂਦਾ, ਬਾਣੀ ਨਾਲ ਨਹੀਂ ਵਾਹ ਪੈਂਦਾ ਸਾਡਾ। ਅਸੀਂ ਸਿਰਫ ਲੈ ਸੁਣਦੇ ਹੁੰਦੇ। ਜਦੋਂ ਕੀਰਤਨ ਹੋ ਰਿਹਾ ਹੁੰਦਾ ਨਾ, 90% ਦੀ ਸੰਗਤ ਵਿੱਚ ਸਰੋਤੇ ਇਹ ਇਦਾਂ ਧਾਰਨਾ ਆ ਸਾਡੀ ਵੀ ਚਲੋ ਘੜੀ ਕੀਰਤਨ ਸੁਣਦੇ ਆ, ਇਹੀ ਹੈ ਨਾ। ਕੀਰਤਨ ਵਿੱਚ ਕੀ ਚੱਲਣਾ ਆ ਇਹ ਨਹੀਂ ਪਤਾ, ਇਹ ਨਹੀਂ ਸਮਝ ਲੱਗਦੀ ਸਾਨੂੰ। ਅੱਛਾ, ਇਹਦੇ ਉਲਟ ਵੇਖਿਓ, ਗਾਣਿਆਂ ਵਿੱਚ ਕੀ ਚੱਲਦਾ ਆ ਉਹਨੂੰ ਧਿਆਨ ਨਾਲ ਸੁਣਦੇ ਆ। ਗਾਣਾ ਨਹੀਂ ਸੁਣਦੇ, ਗਾਣੇ ਦੇ ਸ਼ਬਦ ਸੁਣਦੇ ਆ, ਉਹਦੇ 'ਚ ਵਰਤੇ ਗਏ ਲਫ਼ਜ਼ ਸੁਣਦੇ ਆ। ਤਾਂ ਹੀ ਤੁਸੀਂ ਵੇਖੋ ਅੱਜ ਦੀ ਜਵਾਨੀ ਜੋ ਗਾਣਿਆਂ 'ਚ ਦੱਸਿਆ ਜਾ ਰਿਹਾ ਉਹ ਜ਼ਿਆਦਾ ਕਰਦੇ ਆ, ਜੋ ਕੀਰਤਨ 'ਚ ਦੱਸਿਆ ਜਾ ਰਿਹਾ ਉਹ ਜ਼ਿਆਦਾ ਕਰਦੇ ਆ। ਬੋਲੋ ਬੋਲੋ। ਗਾਣਿਆਂ 'ਚ ਉਹ ਵੀ ਪੰਜਾਬੀ 'ਚ ਨੇ ਤੇ ਕੀਰਤਨ ਵੀ ਪੰਜਾਬੀ ਹੈ ਨਾ, ਸੇਮ ਭਾਸ਼ਾ ਆ। ਸਮਝ ਕੀ ਲੱਗ ਰਿਹਾ ਭਲਾ? ਜ਼ਿਆਦਾ ਗਾਣੇ ਲੱਗ ਰਹੇ, ਕਿਉਂਕਿ ਉਹ ਸਮਝੇ ਜਾ ਰਹੇ ਨੇ, ਉਹ ਸੁਣੇ ਉਸ ਅਟੈਂਸ਼ਨ ਨਾਲ ਜਾ ਰਿਹਾ। ਉੱਥੇ ਧਿਆਨ ਇੰਨਾ ਖੁੱਭ ਕੇ ਲੱਗਦਾ ਹੈ, ਉੱਥੇ ਐ ਪੂਰਾ ਬੰਦਾ। ਸ਼ਬਦ ਤਾਂ ਛੇਤੀ ਭੁੱਲਦੇ ਨੇ ਕਿਉਂਕਿ ਇੱਥੇ ਅਟੈਂਸ਼ਨ ਨਹੀਂ ਹੁੰਦੀ ਸਾਡੀ ਪੂਰੀ, ਅਸੀਂ ਇਕਾਗਰ ਚਿੱਤ ਨਹੀਂ ਹੁੰਦੇ, ਅਸੀਂ ਇਦਾਂ ਕੰਸਨਟਰੇਟ ਨਹੀਂ ਕਰਦੇ ਉਹਨਾਂ ਚੀਜ਼ਾਂ ਤੇ ਜਿਵੇਂ ਕਿ ਉਹਦੇ ਤੇ ਕਰਦੇ ਆ। ਅਸੀਂ 2 ਵਾਰ 4 ਵਾਰ 5 ਵਾਰ ਵੀ ਸੁਣਦੇ ਆ, ਕਈ ਵਾਰ 6 ਵਾਰ ਵੀ ਸੁਣਦੇ ਆ, 10 ਵਾਰ ਵੀ ਸੁਣਦੇ ਆ। ਸ਼ਬਦ ਬਾਰੇ ਐ ਨਹੀਂ ਹੁੰਦਾ। ਸ਼ਬਦ ਜੇ ਸੁਣਾਂਗੇ ਵੀ ਨਾ ਅਸੀਂ, ਤੇ ਅਸੀਂ ਸਿਰਫ ਸੁਰ ਤਾਲ ਸੁਣਾਂਗੇ, ਲੈ ਸੁਣਾਂਗੇ, ਉਹਦਾ ਰਿਦਮ ਸੁਣਾਂਗੇ, ਉਹਦਾ ਗਲਾ ਸੁਣਾਂਗੇ। ਬਹੁਤ ਸਾਰੇ ਬੰਦੇ ਸਾਨੂੰ ਕਈ ਵਾਰ ਏਦਾਂ, ਫਲਾਨੇ ਰਾਗੀ ਦਾ ਨਾ ਗਲਾ ਬਹੁਤ ਕਮਾਲ ਦਾ। ਸੁਣਨਾ ਗਲਾ ਕਿ ਸ਼ਬਦ? ਸੁਣਨੇ ਸ਼ਬਦ ਨੇ। ਨੋਰਮਲ ਬੰਦਾ ਵੀ ਕੋਈ ਤੁਹਾਡੇ 'ਚ ਬਹਿ ਕੇ ਵੀ ਕੀਰਤਨ ਕਰਦੇ ਨਾ ਕਿਸੇ ਸ਼ਬਦ ਦਾ, ਤੇ ਸਾਨੂੰ ਸ਼ਬਦ ਸੁਣਨੇ ਚਾਹੀਦੇ ਆ। ਤੇ ਮੈਂ ਉਦਾਹਰਣ ਦਿੱਤੀ ਸੀ ਇੱਕ ਵਾਰ ਵੀ ਜੇ ਰਾਗ ਨਾਲ ਤੁਸੀਂ ਐਂ ਸੋਚਣਾ ਨਾ ਵੀ ਰਾਗ ਬਹੁਤ ਕਮਾਲ ਦਾ, ਫਿਰ ਰਾਗ ਵਿੱਚ ਇਸਲਾਮ ਵਾਲੇ ਬੰਦੇ ਸਾਡੇ ਤੋਂ ਬਹੁਤ ਅੱਗੇ ਨੇ। ਸਾਡੇ ਰਾਗੀ ਤਾਂ ਕਦੀ ਉਹਨਾਂ ਦੇ ਪੈਰਾਂ ਦੇ ਬਰਾਬਰ ਵੀ ਨਹੀਂ ਪਹੁੰਚਣੇ ਜਿੰਨੇ ਬੰਦੇ ਰਾਗ 'ਚ ਉਹ ਮਾਰ ਨੇ।
ਪਰ ਗੱਲ ਇਹ ਨਹੀਂ ਵੀ ਰਾਗ ਕੀ ਚੀਜ਼ ਹੈ, ਗੱਲ ਇਹ ਵੀ ਉਹ ਰਾਗ ਰਾਹੀਂ ਦੇ ਕੀ ਰਿਹਾ ਤੇ ਸਾਡੇ ਗੁਰੂ ਸਾਹਿਬ ਜੀ ਨੇ ਰਾਗ ਰਾਹੀਂ ਦਿੱਤਾ ਕੀ ਹੈ। ਰਾਗ ਨਾਲ ਕੋਈ ਤਰਜੀਹ ਨਹੀਂ। ਰਾਗ ਦੀਪਕੀ ਵੀ ਦੂਜੇ ਲੋਕ ਵੀ ਗਾਉਂਦੇ ਨੇ, ਜੈਤਸਰੀ, ਇਹ ਸਾਰੇ ਰਾਗ ਗਾਉਣ ਵਾਲੇ ਵੀ ਗਾਉਂਦੇ ਆ ਸਾਰੰਗ ਰਾਗ ਵੀ ਗਾਉਂਦੇ ਨੇ ਦੁਨੀਆ ਦੇ ਬੰਦੇ। ਡਿਪੈਂਡ ਇਹ ਨਹੀਂ ਕਰਦਾ ਭਾਂਡਾ ਕਿਹੜਾ ਹੈ, ਡਿਪੈਂਡ ਕਰਦਾ ਵੀ ਭਾਂਡੇ 'ਚ ਪਾਇਆ ਕੀ ਹੈ। ਸੋ ਗੁਰੂ ਸਾਹਿਬ ਜੀ ਨੇ ਰਾਗ ਦੇ ਭਾਂਡੇ 'ਚ ਜਿਹੜੀਆਂ ਚੀਜ਼ਾਂ ਪਾਈਆਂ ਨੇ ਨਾ, ਉਹ ਗਜ਼ਬ ਦੀਆਂ ਨੇ, ਪਰ ਸਾਡਾ ਧਿਆਨ ਉਸ ਬੰਨੇ ਨਹੀਂ ਜਾਂਦਾ। ਇਸ ਕਰਕੇ ਸਾਡੇ ਸਮਾਜ ਦੀ ਇਹ ਮੁਸ਼ਕਲ ਹੈ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ, ਸਾਡੇ ਬੱਚਿਆਂ ਨੂੰ ਆਮ ਅਸੀਂ ਕਹਿੰਦੇ ਸਾਡੇ ਬੱਚਿਆਂ ਨੂੰ ਨਹੀਂ ਬਾਣੀ ਸਮਝ ਆਉਂਦੀ। ਕਮਾਲ ਹੈ, ਗਾਣੇ ਪੰਜਾਬੀ ਵਾਲੇ ਸਮਝ ਆਉਂਦੇ ਸਾਡੇ ਬੱਚਿਆਂ ਨੂੰ। ਤੁਸੀਂ ਵੇਖਿਓ ਘਰਾਂ 'ਚ ਲਾ ਕੇ ਸੁਣਦੇ ਨੇ ਨਾ ਬੱਚੇ, ਇੱਥੋਂ ਦੇ ਬੱਚੇ ਵੀ ਜੰਪਲ ਸੁਣਦੇ ਆ। ਕਿਤੇ ਕਿਤੇ ਸ਼ਬਦ ਹੀ ਹੁੰਦੇ ਅੰਗਰੇਜ਼ੀ ਦੇ, ਉਹ ਸ਼ਬਦ ਤਾਂ ਸਾਰੇ ਪੰਜਾਬੀ। ਤੁਸੀਂ ਵੇਖਿਓ ਵੀ ਵਿਆਹਾਂ ਸ਼ਾਦੀਆਂ ਤੇ ਕੀ ਚੱਲਦਾ ਸਾਡੇ ਇੱਥੇ, ਦੱਸਿਓ ਮੈਨੂੰ ਮਾੜਾ ਜਿਹਾ। ਹਾਂ, ਅੰਗਰੇਜ਼ੀ ਵਾਲੇ ਕਿ ਪੰਜਾਬੀ ਵਾਲੇ? ਹਾਂ, ਪੰਜਾਬੀ ਵਾਲੇ ਚੱਲਦੇ ਆ। ਅੱਜ ਜਦੋਂ ਜਾਗੋ ਜੁਗੋ ਕੱਢਦੇ ਇੱਥੇ ਵੀ ਸਾਰਾ ਅਸੀਂ ਸੱਭਿਆਚਾਰ ਉੱਥੋਂ ਇਹ ਛੱਡਿਆ ਥੋੜ੍ਹੀ ਆ ਆਪਾਂ, ਪਰ ਲਿਆਂਦਾ ਉਹ ਹੈ ਜਿਹੜਾ ਜਿਹਦੀ ਬਹੁਤੀ ਕੋਈ ਲੋੜ। ਇਹ ਛੱਡ ਵੀ ਆਉਂਦੇ ਨਾ ਭਾਵੇਂ। ਤੁਸੀਂ ਵੇਖਿਓ ਅੱਜ ਦੇ ਯੁੱਗ ਵਿੱਚ ਇਹ ਮੁਲਕ ਜਿਹੜੇ ਨੇ ਨਾ, ਇਹ ਮੁਲਕ ਕਹਿੰਦੇ ਆ ਵੀ ਬੰਦਾ ਆਪਣੇ ਪੈਰਾਂ ਤੇ ਆਪ ਖੜੇ। ਤੇ ਸਾਡੇ ਵਾਲੇ ਇਹਨਾਂ ਮੁਲਕਾਂ 'ਚ ਵੀ ਆ ਕੇ ਵਿਆਹ ਵਾਲੇ ਦਿਨ ਮੁੰਡੇ ਨੂੰ ਆਪ ਨਹਾਉਂਦੇ ਕਿ ਉਹਨੂੰ ਅਜੇ ਨਹਾਉਣਾ। ਜਿਹਨੂੰ ਨਹਾਉਣਾ ਨਹੀਂ ਆਇਆ ਕਮਲਿਓ, ਘਰ ਸਵਾਹ ਵਿਛਾ ਲੈਣਾ ਇਹਨੇ। ਨਹਾਉਣ ਦੀ ਅਕਲ ਤੇ ਦੇ ਲਓ ਪਹਿਲਾਂ। ਤੇ ਸਾਰਾ ਟੱਬਰ ਇਕੱਠਾ ਹੋ ਕੇ ਫਿਰ ਏਦਾਂ, ਤੇ ਕਿੱਡੀ ਅਜੀਬ ਗੱਲ ਹੈ। ਅੱਛਾ, ਵਿਆਹ ਵਾਲੀ ਮੂਵੀ ਵੇਖ ਕੇ ਨਾ ਸਭ ਤੋਂ ਭੈੜੀ ਉਸ ਮੁੰਡੇ ਨੂੰ ਕਿਹੜੇ ਸੀਨ ਲੱਗਦੇ ਭਲਾ? ਉਹੋ ਹੀ ਨਵਾਉਣ ਵਾਲੇ। ਫਿਰ ਫਟਾਫਟ ਕੱਢਦਾ ਵੀ ਗਾਂਹ ਕਰੋ। ਬੱਚੇ ਵੀ ਜਦੋਂ ਬੱਚੇ ਸਿਆਣੇ ਹੋ ਜਾਂਦੇ ਨਾ, ਉਹ ਕਹਿੰਦੇ ਵੀ ਆਹ ਪਾਪਾ ਕੀ ਕਰਦਾ ਸੀ ਸਾਡਾ, ਵੀ ਉਹਨਾਂ ਨੂੰ ਵੀ ਹਾਸਾ ਆਉਂਦਾ ਉਹਨਾਂ ਗੱਲਾਂ ਤੇ। ਇਹ ਸੱਭਿਆਚਾਰ ਹੈ ਜੀ ਸਾਡਾ, ਅਸੀਂ ਸੰਭਾਲਿਆ ਹੋਇਆ ਜੀ ਸੱਭਿਆਚਾਰ, ਸਾਂਭਿਆ। ਜਿਹੜੇ ਸੱਭਿਆਚਾਰ ਬਦਲੇ ਕੋਈ ਨੀਹਾਂ 'ਚ ਚਿਣਿਆ ਗਿਆ, ਕੋਈ ਤੱਤੀ ਤਵੀ ਤੇ ਬਹਿ ਗਿਆ, ਕੋਈ ਉਬਲਦੀ ਦੇਗ 'ਚ ਉਬਾਲੇ ਖਾ ਗਿਆ, ਕੋਈ ਚਾਂਦਨੀ ਚੌਂਕ 'ਚ ਸ਼ਹਾਦਤ ਦਾ ਜਾਂ, ਯਾਰ ਇਹ ਸੱਭਿਆਚਾਰ ਕਿਉਂ ਨਾ ਸਾਂਭਿਆ ਫਿਰ ਆਪਾਂ? ਆਹ ਹੁਣ ਬਾਬਾ ਜੀ ਦੱਸਦੇ ਜੇ, ਮੈਨੂੰ ਨਹੀਂ ਪਤਾ, ਕਹਿੰਦੇ ਚੱਪਣੀਆਂ ਵੀ ਲਿਆਉਂਦੇ ਇੱਥੇ। ਮਾਮਾ ਹੀ ਖਾਰੇ ਉਤਾਰਦਾ ਇੱਥੇ, ਪਤਾ ਨਹੀਂ ਕਿੱਥੋਂ ਮਾਮਾ ਖਾਰੇ ਉਤਾਰੇ ਵੀਰ ਪਿਆਰੇ ਨੂੰ। ਤੇ ਮਾਮੇ ਦੀ ਉਮਰ ਜ਼ਿਆਦਾ ਹੁੰਦੀ ਸਾਡੇ ਉੱਥੇ ਨਾ, ਚੋਲੇ ਮਾਮਾ ਖਾਰਿਓਂ ਤਾਰਨ ਲੱਗਾ ਭਣੇਵੇਂ ਨੂੰ। ਮਾਮਾ ਬਜ਼ੁਰਗ ਸੀ, ਭਣੇਵਾਂ ਜਵਾਨ ਸੀ, ਜੱਫੇ 'ਚ ਭਰਿਆ, ਉੱਚੋਂ ਥੱਲੇ ਤਿਲਕਣ ਵੀ ਇਦਾਂ ਦੀ ਹੁੰਦੀ ਉੱਥੇ। ਮਾਮੇ ਦੇ ਪੈਰ ਨਿਕਲ ਗਏ ਭਣੇਵਾਂ ਉੱਤੇ, ਮਾਮਾ ਥੱਲੇ, ਮਾਮੇ ਦੀਆਂ ਪਸਲੀਆਂ ਦੋਹਰੀਆਂ ਹੋ ਗਈਆਂ। ਫਿਰ ਕਹਿਣ ਰੱਬ ਨੇ ਬੜਾ ਮਾੜਾ ਕੀਤਾ, ਵੀ ਰੱਬ ਨੇ ਕਿਹਾ ਸੀ ਮਾਮਾ ਭਣੇਵੇਂ ਨੂੰ ਚੁੱਕੇ, ਕਿੱਥੇ ਲਿਖੀ ਹੈ ਇਹ ਗੱਲ? ਅਸੀਂ ਸਾਰੇ ਦਾ ਸਾਰਾ ਜਦੋਂ ਸਮਝਣ ਵਾਲੇ ਬੰਨੇ ਤੁਰੋਗੇ ਨਾ। ਖੈਰ, ਗੱਲ ਮੈਂ ਇਹ ਕਰਦਾ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਝਾਂਗੇ ਨਾ ਜਿੱਦਣ, ਸੱਚੀ ਮੁੱਚੀ ਦੁਨੀਆ 'ਚ ਸਾਡਾ ਮੁਕਾਬਲਾ ਨਹੀਂ ਹੋਣਾ। ਮੇਰੇ ਬਾਬੇ ਨਾਨਕ ਨੇ ਤੁਹਾਨੂੰ ਉੱਥੇ ਖੜਿਆਂ ਕਰਨਾ ਜਿੱਥੇ ਸਾਰੀ ਦੁਨੀਆ ਤੁਹਾਡੇ ਵੱਲ ਵੇਖੇਗੀ, ਤੇ ਇਹਨਾਂ ਗਾਉਣ ਵਾਲਿਆਂ ਨੇ ਤੁਹਾਨੂੰ ਉੱਥੇ ਖੜਿਆਂ ਕਰਨਾ ਜਿੱਥੇ ਸਾਰੀ ਦੁਨੀਆ ਤੁਹਾਡੇ ਵੱਲ ਵੇਖ ਕੇ ਹੱਸੇਗੀ। ਇਹਨਾਂ ਮਜ਼ਾਕ ਦੇ ਪਾਤਰ ਬਣਾਉਣਾ, ਅਸੀਂ ਮਜ਼ਾਕ ਦੇ ਪਾਤਰ ਬਣਨਾ ਚਾਹੁੰਦੇ। ਆ ਜਿਹੜੇ ਸਾਡੇ ਬੱਚੇ ਲੜਦੇ ਆ, ਭਿੜਦੇ ਆ, ਗਾਲਾਂ ਕੱਢਦੇ ਆ ਇੱਕ ਦੂਜੇ ਨੂੰ, ਇਹਨਾਂ ਮੁਲਕਾਂ 'ਚ ਆਣ ਕੇ, ਇਹ ਕਿਹਨੇ ਸਿਖਾਇਆ ਇਹਨਾਂ ਨੂੰ? ਇਹ ਜਿਹੜੇ ਚੰਗੇ ਲੱਗਦੇ ਆ ਸਾਨੂੰ ਬਹੁਤ, ਜਿਹੜੇ ਸਾਨੂੰ ਭਾਉਣ ਲੱਗ ਪਏ ਆ, ਔਰ ਅਸੀਂ ਇਹਨਾਂ ਦੀਆਂ ਗਾਲਾਂ ਸੁਣ ਕੇ ਵੀ ਤਾੜੀਆਂ ਮਾਰਦੇ। ਤਾਂ ਹੀ ਪਿੱਛੇ ਜੋ ਆਇਆ ਸੀ ਨਾ ਤੁਹਾਡੇ ਇੱਥੇ ਇੱਕ ਸਿੰਗਰ, ਸਾਰੀ ਜ਼ਿੰਦਗੀ ਪੰਜਾਬੀ ਭਾਸ਼ਾ ਨਾਲ ਢਿੱਡ ਭਰਦਾ ਰਿਹਾ ਆਪਣਾ, ਤੇ ਜਦੋਂ ਲੋੜ ਪਈ ਪੱਤਰਕਾਰਾਂ ਨੇ ਸਵਾਲ ਪੁੱਛਿਆ ਪੰਜਾਬੀ ਭਾਸ਼ਾ ਬਾਰੇ, ਉਦੋਂ ਪੰਜਾਬੀ ਨੂੰ ਪਿੱਠ ਦੇ ਕੇ ਮਾਸੀ ਬਣਾ ਲਈ ਹਿੰਦੀ ਭਾਸ਼ਾ। ਉਦੋਂ ਅਸੀਂ ਕਿਸੇ ਭਾਸ਼ਾ ਨਾਲ ਨਫ਼ਰਤ ਨਹੀਂ ਕਰਦੇ, ਚੇਤਾ ਰੱਖਿਓ। ਸੈਂਕੜੇ ਭਾਸ਼ਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨੇ, ਪਰ ਆਪਣੀ ਭਾਸ਼ਾ ਜ਼ਰੂਰ ਜੀਂਦੀ ਰੱਖਿਓ। ਜਿਹਦੀ ਭਾਸ਼ਾ ਮਰ ਗਈ ਉਹ ਕੌਮ ਮਰ ਜਾਂਦੀ ਹੈ। ਭਾਸ਼ਾ ਦਾ ਮਰਨਾ ਕੌਮਾਂ ਦਾ ਮਰਨਾ ਹੁੰਦਾ। ਲੱਖ ਕਹਿ ਲਓ ਸਾਨੂੰ ਇੰਗਲਿਸ਼ ਭਾਸ਼ਾ ਆਉਂਦੀ ਹੈ, ਸਾਨੂੰ ਫਰੈਂਚ ਆਉਂਦੀ ਹੈ, ਸਾਨੂੰ ਸੈਂਕੜੇ ਪਰ ਜਿੱਦਣ ਤੁਹਾਡੀ ਆਪਣੀ ਭਾਸ਼ਾ ਮਰ ਗਈ ਨਾ, ਜਿੱਦਣ ਆਪਣੇ ਸ਼ਬਦ ਮਰ ਗਏ ਤੁਹਾਡੇ। ਮੇਰਾ ਦਾਗਿਸਤਾਨ ਇੱਕ ਪੁਸਤਕ ਹੈ, ਜੇ ਕਿਸੇ ਵੀਰ ਨੇ ਪੜ੍ਹੀ ਹੈ ਤੇ ਚੰਗੀ ਗੱਲ ਹੈ, ਨਹੀਂ ਪੜ੍ਹੀ ਤੇ ਇੱਕ ਵਾਰ ਘਰ ਲਿਆ ਕੇ ਪੜ੍ਹਿਓ, ਟਾਈਮ ਤਾਂ ਲੱਗਦਾ ਉਹਨੂੰ। ਉਸ ਪੁਸਤਕ ਨੂੰ ਪੜ੍ਹ ਕੇ ਤੁਹਾਨੂੰ ਪਤਾ ਲੱਗੂ ਵੀ ਭਾਸ਼ਾ ਇੱਕ ਦਿਨ ਵਿੱਚ
ਡੇਲੀ ਕਈ ਭਾਸ਼ਾਵਾਂ ਮਰ ਰਹੀਆਂ ਆ, ਭਾਸ਼ਾਵਾਂ ਖਤਮ ਹੋ ਰਹੀਆਂ ਆ। ਇੱਕ ਦਿਨ 'ਚ ਲਗਭਗ 15 ਭਾਸ਼ਾ ਇੱਕ ਦਿਨ 'ਚ ਮਰਦੀ ਹੈ, ਜਿਹਦੇ ਵਿੱਚ ਉਹ ਭਾਸ਼ਾਵਾਂ ਮਰਦੀਆਂ ਨੇ ਜਿਹੜੀਆਂ ਭਾਸ਼ਾਵਾਂ ਵਿੱਚ ਜੰਮੇ ਹੋਏ ਲੋਕ ਆਪਣੀ ਭਾਸ਼ਾ ਨਾਲ ਨਫ਼ਰਤ ਕਰਨ ਲੱਗ ਜਾਂਦੇ ਆ। ਮੈਨੂੰ ਇਹਦੇ ਨਾਲ ਇਤਰਾਜ਼ ਨਹੀਂ ਹੈ ਵੀ ਸਾਨੂੰ ਕੋਈ ਭਾਸ਼ਾ ਨਹੀਂ ਆਉਣੀ ਚਾਹੀਦੀ, ਚੰਗੀ ਗੱਲ ਹੈ, ਤੁਹਾਡੇ ਬੱਚਿਆਂ ਨੂੰ ਸੈਂਕੜੇ ਭਾਸ਼ਾਵਾਂ ਆਉਣ, ਪਰ ਪੰਜਾਬੀ ਕਿਉਂ ਭੁੱਲੇ? ਇਹ ਜ਼ਰੂਰੀ ਹੈ। ਤੇ ਅਸੀਂ ਜਿੱਥੇ ਜਾਂਦੇ ਹਾਂ ਉਸ ਰੰਗ ਵਿੱਚ ਆਪਣੇ ਆਪ ਨੂੰ ਰੰਗ ਲੈਂਦੇ ਹਾਂ। ਗੁਰੂ ਕੇ ਪਿਆਰ ਵਾਲਿਓ, ਆਪਣਾ ਰੰਗ ਅਸੀਂ ਬਹੁਤ ਛੇਤੀ ਗਵਾ ਦਿੰਦੇ ਹਾਂ, ਤੇ ਜੇ ਰੱਖਦੇ ਵੀ ਹਾਂ ਸਾਂਭ ਕੇ ਨਾ, ਤੇ ਪੰਜਾਬੀਆਂ ਨੇ ਜਿਹੜਾ ਰੰਗ ਸਾਂਭਿਆ ਆ ਉਹ ਵੀ ਬੜਾ ਅਜੀਬ ਸਾਂਭਿਆ ਹੈ। ਅੱਜ ਪੱਗਾਂ ਵਾਲਿਆਂ ਨੂੰ ਵੇਖ ਕੇ ਸਾਰੀ ਦੁਨੀਆ 'ਚ ਸਾਡੀ ਪਛਾਣ ਇੰਨੀ ਇਹ ਨਹੀਂ ਜਾਂਦੀ ਵੀ ਇਹ ਪੱਗਾਂ ਵਾਲੇ ਚਮਕੌਰ ਦੀ ਗੜੀ ਵਾਲੇ ਆ, ਇਹ ਪੱਗਾਂ ਵਾਲੇ ਸਰਹੰਦ ਦੀਆਂ ਨੀਹਾਂ ਵਾਲੇ ਨੇ, ਇਹ ਪੱਗਾਂ ਵਾਲੇ ਚਾਂਦਨੀ ਚੌਂਕ ਵਾਲੇ ਆ, ਇਹ ਇੱਦਾਂ ਥੋੜ੍ਹੀ ਲੋਕਾਂ ਦੇ ਦਿਮਾਗ 'ਚ ਜਾਂਦਾ। ਕਹਿੰਦੇ ਇਹ ਪੱਗਾਂ ਵਾਲੇ ਉਹ ਨੇ ਜਿਹੜੇ ਭੰਗੜਾ ਵਧੀਆ ਪਾਉਂਦੇ ਆ, ਜਿਹੜੇ ਨੱਚਦੇ ਵਧੀਆ ਆ, ਜਿਹੜੇ ਗਾਣੇ ਵਧੀਆ ਗਾਉਂਦੇ ਆ, ਜਿਹੜੇ ਸ਼ਰਾਬਾਂ ਬਹੁਤ ਪੀਂਦੇ ਆ। ਕਮਾਲ ਹੈ, ਬਦਲ ਹੀ ਦਿੱਤਾ ਸਾਰਾ ਕੁਝ। ਪੱਗਾਂ ਵਾਲੇ ਸਾਡੇ, ਠੀਕ ਹੈ, ਅਸੀਂ ਪੱਗਾਂ ਵਾਲਿਆਂ ਦਾ ਸਾਡਾ ਇਤਿਹਾਸ ਦੱਸਣਾ ਹੋਵੇ ਤੇ ਤੁਸੀਂ ਸਾਨੂੰ ਲਾਚਾਰਾਂ ਨਾਲ ਜੋੜ ਕੇ ਕਿਉਂ ਸੁਣਾਉਂਦੇ ਹੋ? ਬਹੁਤ ਪੱਗਾਂ ਵਾਲੇ ਆ। ਕਰਤਾਰ ਸਰਾਭਾ ਸਾਡਾ ਪੱਗ ਵਾਲਾ ਆ, ਹਰੀ ਸਿੰਘ ਨਲੂਆ ਸਾਡਾ ਪੱਗ ਵਾਲਾ ਆ, ਸ਼ਾਮ ਸਿੰਘ ਅਟਾਰੀ ਸਾਡਾ ਪੱਗ ਵਾਲਾ ਆ। ਇਹਨਾਂ ਪੱਗਾਂ ਵਾਲਿਆਂ ਦਾ ਇਤਿਹਾਸ ਦੱਸੋ ਨਾ। ਤੇ ਅੱਜ ਦੇ ਨੌਜਵਾਨ ਪਤਾ ਕੀ ਕਹਿੰਦੇ ਆ? ਉਹ ਨਹੀਂ ਜੀ, ਪੱਗਾਂ ਵਾਲੇ ਬਹੁਤੇ ਚੰਗੇ ਨਹੀਂ ਹੁੰਦੇ, ਅਸੀਂ ਤਾਂ ਨਹੀਂ ਪੱਗ। ਓਏ ਤੁਹਾਡਾ ਜੀ ਨਹੀਂ ਕਰਦਾ ਯਾਰ, ਬਹਾਨਾ ਬਣਾਉਂਦੇ ਹੋ ਤੁਸੀਂ। ਪੱਗਾਂ ਤੁਸੀਂ ਵੇਂਦੇ ਹਰੀ ਸਿੰਘ ਨਲੂਏ ਨੂੰ ਕਿਉਂ ਨਹੀਂ? ਤੁਸੀਂ ਸ਼ਾਮ ਸਿੰਘ ਅਟਾਰੀ ਕਿਉਂ ਨਹੀਂ ਵੇਂਦੇ ਪੱਗ ਵਾਲਾ? ਪਰ ਇਹ ਤਾਂ ਹੋਏਗਾ ਜਿੱਦਣ ਗੁਰਦੁਆਰੇ ਆਣ ਕੇ ਅਸੀਂ ਸ਼ਬਦਾਂ ਨਾਲ ਜੁੜਾਂਗੇ, ਜਿੱਦਣ ਤੁਹਾਡੀ ਅਟੈਚਮੈਂਟ ਸ਼ਬਦ ਨਾਲ ਹੋਈ, ਜਿੱਦਣ ਸਾਡਾ ਵਾਸਤਾ ਸ਼ਬਦ ਨਾਲ ਪਿਆ। ਤਾਂ ਹੀ ਪੜ੍ਹਦੇ ਸਾਂ ਨਾ ਆਪਾਂ, ਨਾਨਕ ਅੰਮ੍ਰਿਤ ਏਕ ਹੈ ਦੂਜਾ ਇਹ ਅੰਮ੍ਰਿਤ ਹੈ ਅਸਲ ਵਿੱਚ, ਜਿਹੜਾ ਸਾਰਿਆਂ ਲਈ ਪੀਣਾ ਲਾਜ਼ਮੀ ਹੈ, ਸਭ ਲਈ ਪੀਣਾ ਲਾਜ਼ਮੀ ਹੈ। ਜਿੱਦਣ ਅਸੀਂ ਇਸ ਅੰਮ੍ਰਿਤ ਨਾਲ ਜੁੜਾਂਗੇ, ਉਦਣ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ, ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ ਔਰ। ਬਾਕੀ ਰਸ ਫਿਰ ਮੇਰੇ ਤੇ ਪ੍ਰਭਾਵ ਥੋੜੀ ਪਾਉਣਗੇ। ਖੈਰ, ਸ਼ਬਦ ਆਪਾਂ ਭਗਤ ਪਰਮਾਨੰਦ ਜੀ ਦਾ ਪੜ੍ਹਦੇ ਸਾਂ। ਭਗਤ ਪਰਮਾਨੰਦ ਜੀ ਸਾਰੰਗ ਰਾਗ ਦਾ ਇਹ ਪਾਵਨ ਸ਼ਬਦ ਹੈ, ਏਕ ਓਂਕਾਰ ਸਤਿਗੁਰ ਪ੍ਰਸਾਦ। ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਬਾਣੀ 'ਚ ਇਹ ਸ਼ਬਦ ਤੁਹਾਨੂੰ ਬਹੁਤ ਵਾਰ ਪੜ੍ਹਨ ਨੂੰ ਮਿਲਦਾ, ਜਿਹਦੇ ਅਰਥ ਨੇ ਰੱਬ ਇੱਕ ਹੈ, ਸੱਚਾ ਆ, ਗੁਰੂ ਦੀ ਬਖਸ਼ਿਸ਼ ਨਾਲ ਸਮਝ ਆਉਂਦਾ ਆ, ਤੇ ਗੁਰੂ ਸਾਹਿਬ ਜੀ ਸਮਝਾਉਂਦੇ ਆ ਵੀ ਰੱਬ ਤੇਰੇ ਅੰਦਰ ਵਸਦਾ ਹੈ। ਇਹ ਨੁਕਤਾ ਸਮਝੀਏ ਜ਼ਰੂਰ, ਕਿਤੇ ਬਾਹਰ ਨਹੀਂ ਬੈਠਾ ਰੱਬ। ਕਬੀਰ ਸਾਹਿਬ ਜੀ ਦਾ ਸ਼ਬਦ ਆਪਾਂ ਗੁਰੂ ਕੇ ਸਵਾਰੇ ਰਾਗੀ ਵੀਰ ਆਪਾਂ ਜੀ ਨੂੰ ਯਾਦ ਕਰਾ ਰਹੇ ਸਨ ਜਦੋਂ ਇਹ ਸ਼ਬਦ ਆਪਾਂ ਕਥਾ ਆਰੰਭ ਕੀਤੀ ਸੀ। ਜੇ ਤੁਹਾਡੇ 'ਚ ਸੁਣਦੇ ਹੋਣ, ਸ਼ਬਦ ਸੀ ਬਾਬਾ ਕਬੀਰ ਜੀ ਦਾ, ਪੂਜੋ ਰਾਮ ਏਕ ਹੀ ਦੇਵਾ। ਕਿਹੜਾ ਰਾਮ ਭਲਾ? ਅਯੁੱਧਿਆ ਵਾਲਾ? ਨਹੀਂ, ਇੱਥੇ ਰਾਮ ਦੇ ਅਰਥ ਨੇ ਰਮਿਆ ਹੋਇਆ ਇੱਕੋ ਹੀ, ਜਿਹੜਾ ਸਾਰਿਆਂ 'ਚ ਰਮਿਆ ਆ, ਜਰਰੇ ਜਰਰੇ 'ਚ ਵੱਸਦਾ ਆ, ਗੋਰੇ ਕਾਲੇ ਚਿੱਟੇ ਸਾਰਿਆਂ 'ਚ, ਹਿੰਦੂ ਸਿੱਖ ਮੁਸਲਮਾਨ। ਮੈਂ ਬੜੀ ਵਾਰ ਬੇਨਤੀ ਕਰਦਾ ਹੁੰਦਾ ਵੀ ਇੱਕੋ ਹੀ ਇੱਕ ਸਾਧਨ ਹੈ ਜਿਹੜਾ ਧਰਮ ਦੁਨੀਆ 'ਚੋਂ ਨਫ਼ਰਤ ਖਤਮ ਕਰ ਸਕਦਾ। ਅਬ ਸਾਰਿਆਂ ਤੋਂ ਵੱਧ ਅੱਜ ਨਫ਼ਰਤ ਧਰਮ ਦੇ ਰਾਹੀਂ ਪਾਈ ਜਾ ਰਹੀ ਹੈ। ਧਰਮ ਨਫ਼ਰਤ ਦਾ ਕੰਮ ਕਰ ਰਿਹਾ। ਇੱਕ ਧਰਮ ਵਾਲੇ ਦੂਜੇ ਨੂੰ ਵੇਖਣਾ ਪਸੰਦ ਨਹੀਂ ਕਰਦੇ, ਤੇ ਕਿੰਨੀਆਂ ਧਾਰਨਾਵਾਂ ਜਿਹੜੀਆਂ ਨੇ ਅਸੀਂ ਧਰਮ ਦੇ ਨਾਂ ਤੇ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਵਾਲੀਆਂ, ਇੱਕ ਦੂਜੇ ਨੂੰ ਨਫ਼ਰਤ ਕਰਨ ਵਾਲੀਆਂ ਬਣਾ ਲੀਆਂ। ਹਾਲਾਂਕਿ ਧਰਮ ਕਦੀ ਕਿਸੇ ਨਾਲ ਨਫ਼ਰਤ ਕਰਨੀ ਨਹੀਂ ਸਿਖਾਉਂਦਾ। ਧਰਮ ਸੱਚ ਕਹਿੰਦਾ ਆ, ਉਹ ਕਿਸੇ ਨੂੰ ਵੀ ਚੁੱਭ ਜਾਏ, ਕਿਸੇ ਨੂੰ ਚੰਗਾ ਲੱਗ ਜਾਏ, ਉਹ ਅਲੱਗ ਗੱਲ ਹੈ। ਧਰਮ ਦਾ ਅਰਥ ਹੀ ਇਹ ਹੈ ਵੀ ਜਦੋਂ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਬੱਚੇ ਬਣਨਾ ਆ ਗਿਆ। ਤੇ ਰੱਬ ਦੋ ਨਹੀਂ ਹਨ, ਰੱਬ ਇੱਕ ਹੈ। ਰੱਬ ਦੋ ਨਹੀਂ ਹਨ। ਇਹ ਨਹੀਂ ਵੀ ਗੋਰਿਆਂ ਦਾ ਹੋਰ ਰੱਬ ਹੈ, ਮੁਸਲਮਾਨਾਂ ਦਾ ਹੋਰ ਰੱਬ ਹੈ ਨਹੀਂ। ਬੱਚੇ ਨਿੱਕੇ ਨਿੱਕੇ ਕਈ ਵਾਰ ਸਕੂਲਾਂ 'ਚ ਸਾਡਾ ਗੋਡ ਇੱਦਾਂ ਦਾ, ਦੂਜੇ ਬੱਚੇ ਕਹਿੰਦੇ ਸਾਡਾ ਗੋਡ ਇੱਦਾਂ ਦਾ, ਤੀਜੇ ਕਹਿੰਦੇ ਸਾਡੇ ਵਾਲਾ ਗੋਡ ਇੱਦਾਂ ਦਾ। ਗੋਡ ਥੋੜ੍ਹੀ 4-5 ਨੇ, ਪਰਮਾਤਮਾ ਇੱਕ ਹੈ। ਉਹਦੀ ਡੈਫੀਨੇਸ਼ਨ ਹੈ, ਬੰਦਿਆਂ ਨੇ ਆਪਣੇ ਆਪਣੇ ਢੰਗ ਨਾਲ ਘੜ ਲਈ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਪੂਜੋ ਰਾਮ ਏਕ ਹੀ ਦੇਵਾ। ਜੇ ਨਹੀਂ ਪੂਜਣਾ ਆਇਆ
सच्चे पातशाह कहते फिर कोई लाभ नहीं होने वाला। साचा नहावन, बोलियो साचा नहावन गुर की सेवा। सच्चा नहाउणा आ गुरु दी सेवा। हुण गुरु दी सेवा की है? गुर की सेवा शब्द विचार। गल आपां करदे सी भी शब्द नाल तुहाडा वाह पवे, शब्द विच दस्सिया जांदा ख्याल साडी जिंदगी च वस जाए, ये सब तो वड्डा इशनान है। पर बंदे की करदे आ, धार्मिक थावां ते जाके बाहरी तौर ते इशनान कर आउंदे ने, ये इशनान करदे नहीं। ते जे ये नहीं करदे फिर मेरे दाते दी बाणी कहंदी अंतर मैल जे तीरथ नावै तिस बैकुंठ ना जाना। उन्हां नूं नहीं समझ लगनी स्वर्ग की है, क्योंकि उन्होंने यही कहना भी तीरथ ते नहाए सच्चे पातशाह स्वर्गां च वासा कर दिओ। लोक पतीणे कशु ना होई। तू लोकां दे करके कहना लै मैं भी यात्रा जा आया। लोक पतीणे कशु ना होई, ना ही राम इयाणा। रब न्याणा नहीं है भी तेरे बाहरले कर्मां वाल वेख के प्रभावित हो जाएगा भी बाहरों किन्ने वधिया कर्म करदा है। उन्हें तेरे अंदर दे कर्म वेखने ने, उन्हें तेरा सुभाव वेखना है, तेरे सुभाव च आई तब्दीली वेखनी है सच्चे पातशाह जी ने। फिर अगलेरे बंद च कहिंदे जल के मज्जन जे गत होवै नित नित मेंढुक। ओए बंदिया सीधे अर्थ ने ये। जे तैनूं ऐ लगदा भी पानी च नहाउण नाल मुक्ति मिलदी है, फिर डड्डू सब तो वध पानी च रहिंदा। सब तो पहला मुकत किहने होना सी भला? बाणी च लिखी गल है, कबीर जी ने लिखी है। जैसे मेंढुक, बोलो जैसे मेंढुक तैसे जिद्दां दे डड्डू उदां दे ओ, बोल दे ओ बंदे उदां दे ओ बंदे ने। ना डड्डू नूं कोई फर्क पिया ना बंदियां नूं कोई फर्क पिया। डड्डू भी उत्थे हज़ारां सालां तो रही जांदा, कदी फर्क नहीं पैंदा उहदे च, जेड़े मर्जी थां ते जाके वेख लो। ते कबीर साहब कहंदे जैसे मेंढुक तैसे होए नर फिर जोनी आवें। किहड़ियां जूना? जूना दा झमेला भी पैना साडा। असी जूना कहने आ बंदा मरदा पहला ऐस जून विच सी, फिर इहदे च आया, फिर इहदे च आया। गुरु साहब कहंदे भी मैनूं ये तो नहीं पता भी तू पहला किहदे च सी बाद च किहदे च होना, पर जे मैनूं ये पुछे ना भी जून तू छड्डी कोई नहीं, भोग सारियां ही लईआं। किहड़ी जून है जिहड़ी छड्डी है आपां? तैं नर क्या पुराण सुन कीना, अज दा पावन शब्द। किहड़ी जून है जिहड़ी तू तब्दील कीती होवे? तैं नर क्या पुराण सुन कीना, अन पावनी भगत ना उपजी भूखे दान न दीना। अन पावनी भगत दा अर्थ है भी जेड़ी भगती तैनूं हमेशा रब दे रंग च रंग के रखे, ये भगती तेरे च नहीं मैनूं दिसदी। भूखे दान ना दी, लोड़वंद दी लोड़ पूरी करन दा तेरे मन विच खाहिश नहीं जागी कदे। ते साडे गुरु साहब हमेशा लोड़वंद दी लोड़ पूरी करते सन। साडे गुरु साहब जी की खासियत यह है, उन्होंने कदी भी अपनी जिंदगी दे अंदर वो कारज नहीं किया जिहड़ा उन्हां नूं चंगा। वो करते सन जिहड़ा सच्ची लोड़वंदां दी लोड़ पूरी करदा है। अज जे मेरी कौम ऐ करदी हुंदी, अज तक आपां ते दुनिया च पता नहीं किन्ना अगे लंघ जांदे असीं। अज साडा भी हाल इहो ही है। बाबे नानक दे प्रकाश पुरब नूं मनाया 1 ਲੱਖ घिओ दा दीवा बाल के। किन्ना? 1 ਲੱਖ। ते जे ज़्यादा नहीं तो चलो मैनूं ऐ लगदा भी ਲੱਖ खर्चा आ गया होना। किन्ना चंगा हुंदा असीं 5-7 घरां दे दीवे जगा दिंदे बाबे नानक दा प्रकाश पुरब मनाउंदे आ। किन्ना चंगा हुंदा। जिन्ना घर रोटी नहीं पकदी, जिन्ना घर जिहड़े विचारे ठंड च भी ठरूं ठरूं करदे आ, ते जदों मींह पैंदा सारा टब्बर भिज जांदा, किसे दे सिर ते छत पा दिंदे, दीवा जग जांदा साडा। बाबे नानक जी दी विचारधारा तां अलोप करती आपां सारिआं ने, खत्म करती। गुरु नानक साहब पातशाह जी कहंदे लोड़वंद भूखे दान ना दीना। दानी बहुत वड्डा आ तू, पर तू दान उत्थे देना जिथे तेरा नां लिया जाए, जिथे तेरी चर्चा होवे, जिथे तैनूं सरोपा पाया जाए, जिथे तेरी बल्ले बल्ले होवे। दान उत्थे नहीं दिंदा जिथे लोड़वंद है। तू चर्चा कराउणी चाहुंदा, तू दान थोड़ी देना चाहुंदा है। तू तां अपना नाम है, तैनूं ये है भी मेरी बल्ले बल्ले किवें होएगी, भला मेरा नां किवें लैणगे बंदे। सो असी सारे दा सारा सिलसिला इहदे च उलझा लिया है।
ਦਾਤਾਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਦੇ, ਕਹਿੰਦੇ ਭੂਖੇ ਦਾਨ ਨਾ ਦੀਨਾ, ਲੋੜਵੰਦ ਨੂੰ ਦਾਨ ਦਿਆ ਕਰ, ਰਹਾਉ ਵਾਲਾ ਬੰਦ। ਫਿਰ ਗੁਰੂ ਸਾਹਿਬ ਜੀ ਕਹਿੰਦੇ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਚੱਲ ਜੇ ਤੂੰ ਮੰਨ ਲਿਆ ਵੀ ਕਿਸੇ ਖਾਸ ਥਾਂ ਤੇ ਹੀ ਦਾਨ ਦੇ ਲਿਆ, ਤੇਰਾ ਇਹੀ ਪ੍ਰਵਾਨ ਹੈ, ਪਰ ਇਹ ਦੱਸ ਦਾਨ ਦੇਣ ਤੋਂ ਬਾਅਦ ਤੇਰਾ ਕਾਮ ਜ਼ਿੰਦਗੀ ਚੋਂ ਘਟਿਆ? ਤੂੰ ਵੱਡੀਆਂ ਨੂੰ ਮਾਵਾਂ ਵਾਂਗ, ਛੋਟੀਆਂ ਨੂੰ ਧੀਆਂ ਵਾਂਗ, ਬਰਾਬਰ ਦੀਆਂ ਨੂੰ ਭੈਣਾਂ ਵਾਂਗ ਵੇਖਣ ਲੱਗਾ? ਨਹੀਂ, ਇਹ ਤਾਂ ਮਤਲਬ ਹੀ ਨਹੀਂ ਬਣਦਾ, ਸਵਾਲ ਹੀ ਪੈਦਾ ਨਹੀਂ ਹੁੰਦਾ। ਫਿਰ ਕਾਹਦੇ ਦਾਨ ਨੇ? ਗੁਰੂ ਸਾਹਿਬ ਜੀ ਦੀ ਬਾਣੀ 'ਚ ਸ਼ਬਦ ਭੱਟਾ ਨੇ ਵਰਤਿਆ, ਕਹਿੰਦੇ ਗੁਰੂ ਸਾਹਿਬ ਜੀ ਤੁਹਾਡਾ ਨਜ਼ਰੀਆ, ਤੁਹਾਡਾ ਵੇਖਣਾ, ਤੁਹਾਡੀ ਇੱਕ ਝਲਕ ਪੈ ਜਾਏ ਨਾ ਸਾਡੇ ਤੇ। ਭੱਟ ਸਾਹਿਬਾਨ ਕਹਿੰਦੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੇ ਪਰਥਾਏ ਸਵਈਆ ਆ ਜਿਹੜਾ ਅਸੀਂ ਹਮੇਸ਼ਾ ਯਾਦ ਰੱਖਦੇ ਹਾਂ, ਆਮੈ ਦ੍ਰਿਸ਼ਟ ਸ਼ੁਭ ਕਰੈ, ਹਰੇ ਅਗ ਪਾਪ ਸਕਲ ਮਲ। ਬਾਬਾ ਤੇਰੀ ਨਿਗਾਹ ਪੈ ਜਾਏ ਨਾ ਸਾਡੇ ਤੇ, ਇੱਕ ਵਾਰ ਨਿਗਾਹ ਭਰ ਕੇ ਵੇਖ ਹੀ ਲਏ ਤੇ ਸਾਰੇ ਪਾਪ ਮੇਰੀ ਜ਼ਿੰਦਗੀ ਦੇ ਸੱਚੇ ਪਾਤਸ਼ਾਹ ਜੀ ਹਰ ਦਿੰਦੇ ਹੋ, ਤੁਸੀਂ ਮੁਕਾ ਦਿੰਦੇ ਹੋ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੈ ਬਲ। ਤੁਹਾਡੇ 'ਚ ਇੰਨੀ ਸ਼ਕਤੀ ਹੈ, ਇੰਨੀ ਪਾਵਰ ਹੈ, ਇੰਨੀ ਤਾਕਤ ਹੈ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੈ ਬਲ, ਸਦਾ ਸੁਖ ਮਨ ਵਸੈ। ਸਦਾ ਵਾਸਤੇ ਸੁਖ ਮੇਰੇ ਮਨ ਵਿੱਚ ਵਸ ਜਾਂਦਾ ਆ, ਦੁੱਖ ਸੰਸਾਰਹਿ ਖੋਵੈ। ਮੇਰੇ ਜੀਵਨ ਦੇ ਅੰਦਰੋਂ ਸਾਰੇ ਦੁੱਖ ਮੁਕਾ ਦਿੰਦੇ ਹੋ। ਗੁਰ ਨੌ ਨਿਤ ਦਰਿਆਓ ਜਨਮ ਹਮ ਕਾਲਖ ਧੋਵੈ। ਗੁਰੂ ਉਹ ਨੌ ਨਿਧੀ ਖਜ਼ਾਨਾ ਆ ਜਿਹੜਾ ਮੇਰੀ ਜ਼ਿੰਦਗੀ ਦੇ ਅੰਦਰੋਂ ਕਾਲਖ ਧੋ ਦਿੰਦੇ ਸੱਚੇ ਪਾਤਸ਼ਾਹ ਜੀ, ਮੈਲ ਦੂਰ ਕਰ ਦਿੰਦੇ ਆ, ਬੰਦਾ ਪਾਕ ਪਵਿੱਤਰ ਹੋ ਕੇ ਜਾਂਦਾ ਇੱਥੋਂ। ਪਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਪਾਕ ਪਵਿੱਤਰ ਨਹੀਂ ਹੋਇਆ ਤੂੰ, ਤੇਰੇ ਜੀਵਨ 'ਚ ਤਬਦੀਲੀ ਨਹੀਂ ਆਈ, ਕੋਈ ਚੇਂਜ ਨਹੀਂ ਹੋਇਆ, ਉਦਾਂ ਦਾ ਹੀ ਮੁੜ ਗਿਆ ਜਿਵੇਂ ਦਾ ਆਇਆ ਸੀ ਤੂੰ। ਤੇਰੀ ਕੋਈ ਜ਼ਿੰਦਗੀ ਦੇ ਅੰਦਰ ਸੱਚੀ ਮੁੱਚੀ ਉਤਰਾ ਚੜਾ ਨਹੀਂ ਆਏ। ਦਾਤਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰ ਨੌ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ। ਮੇਰੇ ਅੰਦਰ ਦੀ ਕਾਲਖ ਮੇਰੇ ਸੱਚੇ ਪਾਤਸ਼ਾਹ ਜੀ ਨੇ ਧੋ ਦਿੱਤੀ, ਮੇਰੀ ਜ਼ਿੰਦਗੀ ਦੇ ਅੰਦਰੋਂ ਔਗਣ ਮੁਕਾ ਦਿੱਤੇ। ਇਹਨੂੰ ਕਹਿੰਦੇ ਆ ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ। ਆ ਜੰਮਣਾ ਮਰਨਾ, ਰੋਜ਼ ਰੋਜ਼ ਦਾ ਜੰਮਣਾ ਤੇ ਰੋਜ਼ ਰੋਜ਼ ਦਾ ਮਰਨਾ, ਇੱਕ ਦਿਨ 'ਚ ਕਿੰਨੀ ਕਿੰਨੀ ਵਾਰ ਤੂੰ ਜੰਮਦਾ ਤੇ ਕਿੰਨੀ ਕਿੰਨੀ ਵਾਰ ਤੂੰ ਮਰਦਾ। ਬਾਬਾ ਕਬੀਰ ਜੀ ਦਾ ਪਾਵਨ ਸ਼ਬਦ ਕਦੀ ਧਿਆਨ ਨਾਲ ਪੜ੍ਹਿਓ। ਗਰੀਬ ਨਿਵਾਸ ਸੱਚੇ ਪਾਤਸ਼ਾਹ ਬਹੁਤ ਪਿਆਰੇ ਪੱਖ ਆਪਣੀ ਬਾਣੀ 'ਚ ਖੋਲ੍ਹਦੇ ਆ। ਜੇ ਕਿਤੇ ਸਾਨੂੰ ਸਮਝ ਲੱਗ ਜਾਏ, ਅਸੀਂ ਸਮਝੀਏ ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਕੀ ਕੀਤਾ? ਪਰ ਧਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਆਵਾ ਗੌਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੁੱਟੈ। ਜਿਹ ਕਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਡੇਰਾ ਲਾ ਕੇ ਰੱਖਦਾ ਉੱਥੇ ਮੈਂ, ਕੋਈ ਮੈਨੂੰ ਦੱਸੇ ਸਹੀ ਭੈੜੀਆਂ ਗੱਲਾਂ, ਮੇਰਾ ਉੱਠਣ ਨੂੰ ਜੀ ਨਹੀਂ ਕਰਦਾ ਉੱਥੋਂ। ਇਹ ਜੰਮਣਾ ਮਰਨਾ ਆ, ਗੁਰਮਤ ਦਾ ਜੰਮਣਾ ਮਰਨਾ ਹੋਰ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਰਹਿਮਤ ਕਰਦੇ, ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਪਰਾਈ ਨਿੰਦਾ। ਚੰਗੇ ਭਲੇ ਮੇਰੇ ਵਰਗੇ ਬੰਦੇ ਵੀ ਨਾ, ਜਿਹੜੇ ਐ ਬਾਣੀ 'ਚ ਗੁੜੁੱਚ ਹੋਏ ਆ, ਉਹਨਾਂ ਲਾਗੇ ਵੀ ਕਿਤੇ ਛੇੜ ਕੇ ਵੇਖ ਲਓ ਦੂਜੇ ਦੀ ਗੱਲ, ਕਿਤੇ ਕਰਕੇ ਵੇਖ ਲਓ, ਉਹ ਆਓ ਜੀ ਇੱਦਾਂ ਹੀ ਆ ਬਸ। ਇੱਥੇ ਸੇਵਾ ਕਰਦੇ ਕਿਤੇ 2 ਮਿੰਟ ਗੱਲਾਂ ਕਰਨ ਲੱਗ ਜਾਣ ਨਾ, ਉਹ 2 ਸੇਵਾਦਾਰ 5 ਸੇਵਾਦਾਰਾਂ 'ਚ ਕਮੀਆਂ ਕੱਢ ਜਾਂਦੇ ਆ। ਕਿ ਫਲਾਨੇ ਨੂੰ ਵੇਖਿਆ ਤੁਸੀਂ, ਬਾਹਲਾ ਹੀ ਸੜੀਅਲ ਜਿਹਾ, ਤੂੰ ਆਪਣਾ ਆਪ ਵੇਖ ਕਮਲਿਆ, ਦੂਜੇ ਨੂੰ ਕਿੰਨਾ ਵੇਹਣਾ ਤੂੰ। ਕਿਵੇਂ ਬਦਲਾਂਗੇ ਅਸੀਂ? ਕਿਵੇਂ ਆਪਣੇ ਆਪ ਨੂੰ ਅਸੀਂ ਚੇਂਜ ਕਰ ਸਕਾਂਗੇ ਜਦੋਂ ਅਸੀਂ ਆਪਣੇ ਤੇ ਵਰਕ ਹੀ ਨਹੀਂ ਕਰਦੇ, ਕੰਮ ਹੀ ਨਹੀਂ ਕਰਦੇ ਆਪਣੇ ਆਪ ਤੇ? ਤੈਨੂੰ ਖੁਦ ਨੂੰ ਜਾਣਨਾ ਹੀ ਨਹੀਂ ਆਉਂਦਾ। ਹਾਲਾਂਕਿ ਬਾਬੇ ਦੀ ਬਾਣੀ ਦੁਹਾਈਆਂ ਦੇ ਦੇ ਕੇ ਕਹਿੰਦੀ ਹੈ ਆਪਣੇ ਆਪ ਨੂੰ ਜਾਣਿਆ ਕਰ। ਯਾਰ ਸਾਰੀ ਦੁਨੀਆ ਨੂੰ ਤੂੰ ਜਾਣਦਾ ਆ, ਆਪਣੇ ਆਪ ਨੂੰ ਕਿਉਂ ਨਹੀਂ ਜਾਣਦਾ? ਜਿੱਦਣ ਬੰਦਿਆ ਤੂੰ ਆਪਣੇ ਆਪ ਨੂੰ ਜਾਣਨ ਲੱਗ ਪਿਆ ਨਾ, ਬਾਹਰ ਮੁਖੀ ਨਾ ਹੋ, ਅੰਤਰਮੁਖੀ ਹੋ। ਜਦੋਂ ਤੁਸੀਂ ਇੱਕ ਉਂਗਲ ਕਿਸੇ ਵੱਲ ਕਰਦੇ ਆ ਨਾ ਐ,
ਤੇ 3 ਉਂਗਲਾਂ ਤੇਰੇ ਵੱਲ ਹੁੰਦੀਆਂ, ਉਹਨਾਂ ਵੱਲ ਵੀ ਧਿਆਨ ਦਿਆ ਕਰ। ਗੁਰੂ ਸਾਹਿਬ ਕਹਿੰਦੇ ਅੰਦਰ ਗੁਰ ਆਰਾਧਣਾ, ਅੰਦਰ ਅੰਦਰ ਤੇਰੇ ਗੁਰੂ ਚੇਤੇ ਆਉਣਾ ਚਾਹੀਦਾ, ਤਬਦੀਲੀ ਤਾਂ ਆਏਗੀ। ਸੱਚੇ ਪਾਤਸ਼ਾਹ ਜੀ ਕਹਿੰਦੇ ਬਾਟ ਪਾਰ ਘਰ ਮੂਸ ਬਿਰਾਨੋ, ਬਾਟ ਪਾਰ ਘਰ ਮੂਸ ਬਿਰਾਨੋ, ਦੂਜਿਆਂ ਦੇ ਘਰ ਤੱਕਦਾ ਰਹਿਣਾ ਤੂੰ, ਬਦਲਿਆ ਥੋੜ੍ਹੇ, ਹਰ ਇੱਕ ਚੀਜ਼ ਦੂਜੇ ਦੀ ਤੱਕਦਾ ਤੂੰ, ਘਰ ਪਰਿਵਾਰ। ਕਿਸੇ ਦੇ ਘਰ ਬੰਦਾ ਜਾਵੇ ਨਾ, ਚਾਹ ਘੱਟ ਪੀਂਦਾ, ਸੋਫਿਆਂ ਵੱਲ ਜ਼ਿਆਦਾ ਵੇਂਦਾ ਵੀ ਕਿੰਨੇ ਵਧੀਆ ਸੋਫੇ ਨੇ ਇਹਨਾਂ ਦੇ, ਪਤਾ ਨਹੀਂ ਕਿੱਥੋਂ ਲਿਆਂਦੇ ਹੋਣੇ। ਚਾਹ ਪੀ ਲਾ ਕਮਲਿਆ, ਅਗਲਿਆਂ ਨਾਲ ਗੱਲ ਕਰ ਲਾ ਘੜੀ। ਚੀਜ਼ਾਂ ਵੇਖ ਵੇਖ ਕੇ ਇਦਾਂ ਜਾਨ ਨਿਕਲਦੀ ਜਾਂਦੀ ਬੰਦੇ ਦੀ। ਆਪਣੇ ਘਰ ਵੀ ਹੈਗੇ ਤੇਰੇ, ਜਿੰਨਾ ਚਿਰ ਤੱਕ ਸਾਡਾ ਇਹ ਸੁਭਾਅ ਨਹੀਂ ਨਾ ਬਦਲੇਗਾ, ਦੂਜੇ ਦੀਆਂ ਸਹੂਲਤਾਂ, ਦੂਜੇ ਦੇ ਸਾਧਨ, ਦੂਜੇ ਦੀਆਂ ਗੱਡੀਆਂ, ਜਿੰਨਾ ਕੁਝ ਹੈ ਦੂਜੇ ਦਾ ਵੇਂਦਾ ਹੈ ਬੰਦਾ। ਅੱਜ ਸਿਆਣਾ ਹੋ ਜਾਏ ਨਾ ਬੰਦਾ ਕਿਤੇ, ਅੱਜ ਆਪਣੇ ਆਪ ਤੇ ਵਰਕ ਕਰਨ ਲੱਗ ਪਏ, ਘਰ ਘਰ ਹੀ ਹੁੰਦਾ ਹੈ। ਬਸ ਜਿਹੋ ਜਿਹਾ ਵੀ ਹੋਵੇ ਨਾ, ਆਨੰਦ ਲਿਆ ਕਰੋ, ਬਸ ਬਹੁਤ ਵਧੀਆ ਆ। ਪਰ ਬੰਦੇ ਜਿਸ ਘਰ 'ਚ ਰਹਿੰਦੇ ਉੱਥੇ ਜੀ ਨਹੀਂ ਲੱਗਦਾ, ਦੂਜਾ ਰੋਜ਼ ਵੇਖ ਕੇ ਆਉਂਦੇ, ਇੱਦਾਂ ਦਾ ਕਿੱਦਣ ਬਣੂ? ਜਿਹਦੇ 'ਚ ਹੈਗਾ ਯਾਰ ਉਹਦਾ ਆਨੰਦ ਲਿਆ ਕਰ। ਇੱਕ ਗੱਡੀ 'ਚ ਸਫ਼ਰ ਕਰਦਾ ਬੰਦਾ, ਉਹਦਾ ਆਨੰਦ ਨਹੀਂ ਲੈਂਦਾ। ਜਿਹੜੀ ਕੋਲ ਨਹੀਂ ਨਾ, ਉਹਦੇ ਬਾਰੇ ਐਂ ਸੋਚਦਾ ਵੀ ਇੱਦਾਂ ਦੀ ਕਦੋਂ ਮਿਲੂ ਮੈਨੂੰ ਪਤਾ। ਉਹ ਨਹੀਂ ਪਾਈ, ਇੱਦਾਂ ਨਹੀਂ ਤੁਸੀਂ ਸੌਖੇ ਹੋ ਸਕਦੇ ਕਦੇ ਵੀ। ਗੁਰੂ ਸਾਹਿਬ ਜੀ ਰਹਿਮਤ ਕਰਦੇ, ਬਾਟ ਪਾਰ ਘਰ ਮੂਸ ਬਿਰਾਨੋ, ਪੇਟ ਭਰੇ ਅਪਰਾਧੀ, ਠੱਗੀਆਂ, ਚਲਾਕੀਆਂ, ਬੇਈਮਾਨੀਆਂ। ਮੂਸ ਦਾ ਅਰਥ ਹੁੰਦਾ ਲੁੱਟਣਾ, ਠੱਗੀ ਮਾਰਨੀ। ਤੇ ਦਿਨ ਰਾਤ ਬੰਦੇ ਠੱਗੀਆਂ ਮਾਰਦੇ। ਹੁਣ ਤੇ ਗੁਰੂ ਸਾਹਿਬ ਨਾਲ ਵੀ ਮਾਰ ਜਾਂਦੇ ਕਈ ਠੱਗੀਆਂ ਬੰਦੇ, ਬਾਕੀ ਤੇ ਛੱਡ ਦਿਓ। ਗੁਰੂ ਸਾਹਿਬ ਨਾਲ ਵੀ ਗੋਲਕ ਚੋਂ ਕਈ ਵਾਰ ਸਾਨੂੰ ਵੀਰ ਦੱਸਦੇ ਹੁੰਦੇ, ਮੈਂ ਕਿਹਾ ਇੰਡੀਆ 'ਚ ਹੀ ਹੋਣਾ ਸ਼ਾਇਦ, ਇੱਥੇ ਵੀ ਕਈ ਵਾਰ ਗੋਲਕ ਦੇ ਵਿੱਚੋਂ ਨਕਲੀ ਨੋਟ ਨਿਕਲਦੇ, ਨਕਲੀ। ਕਮਾਲ ਹੈ ਯਾਰ, ਗੁਰੂ ਨਾ ਪਾਓ ਫਿਰ ਕੀ ਹੈ? ਆ ਗੱਡੀ ਧੋਣ ਵਾਲੇ ਜਿਹੜੇ ਸਟੀਕਰ ਨਹੀਂ, ਕਈ ਵਾਰ ਜਿਹੜੇ ਮਤਲਬ ਨਹੀਂ ਚੱਲਣੇ ਕਿਤੇ, ਉਹ ਪਾ ਜਾਂਦੇ ਗੋਲਕ 'ਚ। ਕਿਹਨੂੰ ਧੋਖਾ ਦਿੰਨੇ ਆ? ਇੰਡੀਆ ਮੈਂ ਗੱਲ ਕਰਦਾ ਸੀ ਤੇ ਮੈਂ ਟੋਰਾਂਟੋ ਗੱਲ ਕੀਤੀ, ਮੈਂ ਕਿਹਾ ਵੀ ਇੰਡੀਆ ਨਾ ਵਾਛਣਾ ਪਾ ਜਾਂਦੇ ਲੋਹੇ ਦੀਆਂ ਗੋਲਕ ਵਿੱਚ। ਉਹ ਮੈਨੂੰ ਦੱਸਦੇ ਇੱਥੇ ਵੀ ਬਹੁਤ ਕੁਝ ਪਾ ਜਾਂਦੇ, ਉੱਥੋਂ ਹੀ ਆਏ ਨੇ ਬੰਦੇ। ਵੀ ਕਿਹਨੂੰ ਤੋਂ ਨਾ ਪਾਓ ਫਿਰ? ਗੁਰੂ ਸਾਹਿਬ ਕਿਹੜਾ ਕਹਿੰਦੇ ਪਾ? ਜੇ ਹੈਗੇ ਆ ਤੇਰੇ ਕੋਲ, ਪਿਆਰ ਨਾਲ ਪਾ, ਜਿੰਨੇ ਬਣਦੇ ਆ। ਇਦਾਂ ਥੋੜੀ ਆ ਵੀ ਕਿਸੇ ਨੂੰ ਵਿਖਾ ਕੇ ਪਾਉਣੇ ਆ। ਲੈ ਅਗਲੇ ਕਹਿਣਗੇ ਪਾਇਆ ਹੀ ਨਹੀਂ ਗੋਲਕ 'ਚ, ਫਿਰ ਵਾਛੜ ਹੀ ਸੁੱਟ ਜਾਂਦੇ ਲੋਹੇ ਦੀ ਗੋਲਕ ਦੇ ਵਿੱਚ। ਹੁਣ ਬਾਬਾ ਜੀ ਦੱਸਦੇ ਜੇ ਕੋ ਮੈਨੂੰ ਸੁਣਦਾ ਨਹੀਂ ਇੱਥੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਬਹੁਤ ਕੁਝ ਆ ਸਾਡੇ ਸਮਾਜ ਵਿੱਚ ਐਸਾ ਜਿਹੜਾ ਅਸੀਂ ਆਪਣੇ, ਗੁਰੂ ਸਾਹਿਬ ਕਹਿੰਦੇ ਤੂੰ ਤਾਂ ਮਾਲਕ ਨਾਲ ਠੱਗੀਆਂ ਮਾਰਦਾ। ਜਿਹ ਪਰ ਲੋਕ ਜਾਏ ਅਪਕੀਰਤ, ਸੋਈ ਅਬਿਦਿਆ ਸਾਦੀ। ਉਹ ਅਬਿਦਿਆ ਪੱਲੇ ਬੰਨ ਲਈ ਜਿਹੜੀ ਤੇਰੇ ਨਾਲ ਨਹੀਂ ਜਾਣੀ, ਜਿਹਨੇ ਤੈਨੂੰ ਤੰਗ ਕਰਨਾ, ਪਰੇਸ਼ਾਨ ਕਰਨਾ। ਤੇਰੀ ਅਬਿਦਿਆ ਨਾਲ ਨੇੜਤਾ ਆ। ਆਪਾਂ ਅਬਿਦਿਆ ਦੀ ਗੱਲ ਫਿਰ ਕਿਤੇ ਕਰਾਂਗੇ। ਹਿੰਸਾ ਤੋਂ ਮਨ ਤੇ ਨਹੀਂ ਛੁੱਟੀ, ਜੀ ਦਇਆ ਨਹੀਂ ਪਾਲੀ। ਹਿੰਸਾ ਨਹੀਂ ਛੁੱਟੀ ਤੇਰੇ ਮਨ ਵਿੱਚੋਂ, ਲੜਨਾ, ਗੁੱਸਾ, ਨਫ਼ਰਤ, ਜੀ ਦਇਆ ਨਹੀਂ ਪਾਲੀ। ਤੇ ਜੀ ਦਇਆ ਦਾ ਵੀ ਕਨਸੈਪਟ ਲੰਬੇਰਾ ਆ, ਮੈਂ ਫਿਰ ਕਿਤੇ ਸਾਂਝਾ ਕਰੂੰ। ਦਇਆ ਇਹਨਾਂ ਨੂੰ ਮੱਛੀਆਂ ਤੇ ਬਹੁਤ ਆਉਂਦੀ ਹੈ, ਮਾਂ ਤੇ ਨਹੀਂ ਆਉਂਦੀ। ਮੱਛੀਆਂ ਨੂੰ ਬਹੁਤ ਦਾਣੇ ਪਾਉਂਦੇ ਸਰੋਵਰ ਤੇ ਜਾ ਜਾ ਕੇ ਵੀ ਮੱਛੀ ਨੂੰ ਖਵਾਓ, ਤੇ ਮਾਂ ਦੀ ਰੋਟੀ ਗਿਣਦੇ ਰਹਿੰਦੇ ਘਰ ਬਿਲਾਏ। ਬੇਬੇ ਤੂੰ ਬਸ ਵੀ ਕਰ ਹੁਣ। ਦਇਆ ਦੇ ਵੀ ਬੜੇ ਪੁੱਠੇ ਸਿੱਧੇ ਕਨਸੈਪਟ ਸਮਝੇ ਆਪਾਂ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਪਰਮਾਨੰਦ ਸਾਧ ਸੰਗਤ ਮੇਲ, ਕਥਾ ਪੁਨੀਤ ਨਾ ਚਾਲੀ। ਇਹ ਹੈ ਕਥਾ ਜਿਹੜੀ ਤੇਰੇ ਅੰਦਰ ਹਰ ਵੇਲੇ ਚੱਲਣੀ ਚਾਹੀਦੀ ਸੀ। ਪਰਮਾਨੰਦ ਜੀ ਕਹਿੰਦੇ ਤੇਰੇ ਅੰਦਰ ਇਹ ਕਥਾ ਨਹੀਂ ਚੱਲਦੀ। ਗੁਰੂ ਦੀ ਗੋਦ ਵਿੱਚ ਬਹਿ ਕੇ ਤੂੰ ਤਾਂ ਸੁਣਦਾ ਆ, ਬਸ ਇਸ ਕੰਨੋਂ ਸੁਣਦਾ ਤੇ ਦੂਜੇ ਕੰਨ ਕੱਢ ਦਿੰਨਾ। ਉਹ ਭਾਈ ਸਾਹਿਬ ਜੀ ਹੋਣਾ ਦੇ ਸ਼ਬਦ ਮੈਨੂੰ ਬੜੇ ਪਿਆਰੇ ਲੱਗਦੇ। ਕਹਿੰਦੇ ਹੁੰਦੇ ਗੁਰੂ ਸਾਹਿਬ ਜੀ ਦੇ ਵਜ਼ੀਰ ਵੀਰ ਜਗਜੀਤ ਸਿੰਘ ਜੀ, ਉਹ ਕਹਿੰਦੇ ਹੁੰਦੇ ਵੀ 2 ਕੰਨ ਸ਼ਾਇਦ ਰੱਬ ਨੇ ਤਾਂ ਹੀ ਦਿੱਤੇ ਆ ਵੀ ਕਿਤੇ ਰਹਿ ਨਾ ਜਾਏ ਗੱਲ, ਅੰਦਰ ਨਿਕਲ ਜਾਏ ਦੂਜੇ ਬੰਨੇ ਆਉਂਦੀ। ਭਾਈ ਸਾਹਿਬ ਹੋਣੀ ਬੜੀ ਵਾਰ ਗੱਲ ਕਰਦੇ ਹੁੰਦੇ। ਗੁਰੂ ਮਿਹਰ ਕਰੇ ਸਾਨੂੰ ਬਾਣੀ ਸਮਝਣੀ ਆਵੇ, ਆਪਣੇ ਹਿਰਦੇ 'ਚ ਟਿਕਾਉਣੀ ਆਵੇ। ਆਪ ਸਭ ਦਾ ਧੰਨਵਾਦ, ਸ਼ੁਕਰਾਨਾ ਗੁਰੂ ਸਾਹਿਬ ਜੀ ਦਾ। ਭੁੱਲਾ ਚੁੱਕਾ ਮੇਰੀਆਂ ਪਿਆਰ ਸਹਿਤ ਗੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਨਛੱਤਰ ਸਿੰਘ ਜੀ ਹੋਣਾ ਦਾ।